श्री वाहिगुरु साहिब जी। सलोक महला तीजा। मूर्ख होवै सो सुनै, मूर्ख का कहना। मूर्ख के क्या लक्षण है, क्या मूर्ख का करना। मूर्ख होवै सो सुनै। वाहिगुरु जी का खालसा, वाहिगुरु जी की फतेह। कोट ब्रह्मंडां दे मालक, जुगो जुग अटल शब्दा अवतार, दसां पातशाहियां दी आत्मक जोत। धन धन सतगुरु श्री गुरु ग्रंथ साहिब सच्चे पातशाह जी महाराज जी दी पवित्र पावन हजूरी दे विच जुड़ मिल बैठी गुरु रूप गुरु खालसा साध संगत जीओ। आओ बड़े प्यार यार सत्कार दे नाल अमृत बाणी हर हर तेरी सुन सुन होवे परम गत मेरी। जलन भुजी शीतल हुए मनुआ, सतगुर का दर्शन पाए जियो। सतगुरां दी पवित्र अमृत बाणी की कथा विचार व्याख्या सो सरवण करके लाह प्राप्त करो जी। एक बार उच्चारण करो सतनाम श्री वाहिगुरु जी। सतनाम श्री वाहिगुरु साहिब जी। सलोक महला तीजा। तीजे पातशाह धन धन सतगुरु श्री गुरु अमरदास साहिब जी महाराज जी दे पावन चरनां विच गुरसिੱਖਾਂ ने बेनती की कि हे सच्चे पातशाह जी, मूर्ख बोलता बहुत है, पर आप जी दसो कि मूर्ख का कहना कौन सुनता है। तो रामकली दी वार विच सतगुरु अमरदास साहिब जी 13वां ये पावन सलोक उचार के मूर्ख बारे दस रहे हैं। मूर्ख होवै सो सुनै। सो जिहड़ा असलों ही मूर्ख बेसमझ हुंदा वही मूर्ख दा किया होया वाक वो सुनदा है। मूर्ख का कहना। मूर्ख दा की कहना की ਉਹਦੇ बारे ਤੁਹਾਨੂੰ आखिए। एक नहीं दो नहीं, एक होवे ਤਾਂ ਦਾ ਬੰਦਾ ਉਹਨੂੰ ਸੁਧਾਰ ਦੇ। ਇਹ ਤਾਂ ਅਣਗਿਣਤੀ ਕਿੰਨੂੰ ਕਿੰਨੂੰ ਆਖੇਗਾ ਕੋਈ। असंख मूर्ख अंधकोर, असंख चोर हराम खोर। ये तो सारे मूर्ख ने। जिहड़ा मूर्ख दा किया होया वाक वो सुन के हिरदे अंदर अमल करदा वही असल बेसमझ हुंदा, वही मूर्ख हुंदा है। जो मूर्ख दे कहे वाक नूं सुनदा है तो उसका किया होया वाक सुन के हिरदे दे अंदर अमल करता है। मूर्ख के क्या लक्षण है। महाराज मूर्ख की निशानी की है। पातशाह कहते ने मूर्ख के क्या लक्षण है। बेसमझ पुरख दे
ਕੀ ਤੁਹਾਨੂੰ ਲੱਖਣ ਨਿਸ਼ਾਨੀਆਂ ਦਸੀਏ। ਕਿਆ ਮੂਰਖ ਕਾ ਕਰਨਾ। ਸੋ ਪਹਿਲਾ ਸਵਾਲ ਸੀ ਕਿ ਬੇਸਮਝ ਪੁਰਖ ਦੇ ਕੀ ਲੱਖਣ ਨੇ। ਦੂਸਰਾ ਸਵਾਲ ਹੈ ਕਿ ਮੂਰਖ ਦਾ ਕਰਤੱਵ ਕੀ ਹੈ, ਜਿੱਥੋਂ ਪਤਾ ਲੱਗੇ ਕਿ ਬੰਦਾ ਮੂਰਖ ਹੈ। ਜ਼ਰੂਰੀ ਨਹੀਂ ਵੀ ਅਨਪੜ੍ਹ ਹੀ ਮੂਰਖ ਹੁੰਦੇ। ਗੁਰੂ ਘਰ ਦੇ ਵਿੱਚ ਤਾਂ ਅਨਪੜ੍ਹਾਂ ਨੂੰ ਸਤਿਗੁਰੂ ਜੀ ਬ੍ਰਹਮ ਗਿਆਨੀ ਵੀ ਬਣਾ ਦਿੰਦੇ ਨੇ। ਮਾਰੇ ਕਹਿੰਦੇ ਜੋ ਪ੍ਰਾਣੀ ਗੋਬਿੰਦ ਧਿਆਵੇ, ਪੜ੍ਹਿਆ ਅਨਪੜ੍ਹਿਆ ਪਰਮਗਤ ਪਾਵੇ। ਇੱਥੇ ਪੜ੍ਹਾਈ ਲਿਖਾਈ ਦੀ ਗੱਲ ਨਹੀਂ ਹੈ। ਸੋ ਵਕੀਲ, ਡਾਕਟਰ, ਇੰਜੀਨੀਅਰ, ਬੜੇ ਬੜੇ ਪੜ੍ਹਾਈਆਂ ਵਾਲੇ ਵੀ ਮੂਰਖ ਹੋ ਸਕਦੇ ਨੇ। ਸੋ ਮਹਾਰਾਜ ਸਾਨੂੰ ਦੱਸੋ ਕਿ ਮੂਰਖ ਕਰਦਾ ਕੀ ਹੈ। ਮੂਰਖ ਉਹ ਜੇ ਮੁਗਧ ਹੈ। ਪਹਿਲਾ ਸਵਾਲ ਸੀਗਾ ਮੂਰਖ ਕੇ ਕਿਆ ਲੱਖਣ ਹੈ। ਤਾਂ ਮਹਾਰਾਜ ਕਹਿੰਦੇ ਇਹ ਭਾਈ ਉਹ ਪੁਰਖ ਮੂਰਖ ਹੈ ਜਿਹੜਾ ਹਰ ਵਕਤ ਮੁਗਧ ਬੇਸਮਝਪੁਣੇ ਵਾਲੇ ਕੰਮ ਕਰਦਾ ਹੈ। ਭਾਵ ਜਿਹੜਾ ਪਰਮਾਰਥ ਤੋਂ ਹੀਣਾ ਹੈ। ਨਾ ਤਾਂ ਸੇਵਾ ਕਰਦਾ, ਨਾ ਸਿਮਰਨ ਕਰਦਾ, ਨਾ ਗੁਰਦੁਆਰਾ ਸਾਹਿਬ ਆਉਂਦਾ, ਨਾ ਸੰਗਤ ਵਿੱਚ ਬੈਠਦਾ, ਨਾ ਸੰਗਤ ਦੇ ਦਰਸ਼ਨ ਕਰਦਾ, ਨਾ ਪਰਉਪਕਾਰ ਕਰਦਾ। ਸਿਰਫ ਖੋਤਿਆਂ ਦੀ ਤਰ੍ਹਾਂ ਆਪਦਾ ਹੀ ਢਿੱਡ ਭਰਨ ਬਾਰੇ ਸੋਚੀ ਜਾਂਦਾ। ਰੂੜੀਆਂ ਦੀ ਖਾ ਲਿਆ, ਉੱਥੇ ਲੇਟ ਕੇ ਹੀ ਕਰ ਛੱਡਿਆ, ਦੂਜੇ ਦਾ ਕੋਈ ਮਤਲਬ ਨਹੀਂ। ਸਾਨੂੰ ਕੀ ਲੱਗੇ ਕਿਸੇ ਨਾਲ। ਗੁਆਂਢ ਲਾਗੇ ਬੰਦਾ ਭਾਵੇਂ ਤੜਫ ਕੇ ਮਰ ਜਾਏ, ਸਾਨੂੰ ਨਹੀਂ ਕੋਈ ਪਰਵਾਹ। ਤੋ ਐਸਾ ਜਿਹੜਾ ਬੰਦਾ ਹੈ ਜਿਹਨੂੰ ਕੋਈ ਪਰਮਾਰਥ ਦੀ ਸੋਝੀ ਹੋਈ ਨਹੀਂ ਵੀ ਪਰਮਾਤਮਾ ਨੂੰ ਜਾਣ ਦੇਣੀ ਪੈਣੀ ਹੈ, ਉੱਥੇ ਜਾ ਕੇ ਦੱਸਣਾ ਪੈਣਾ ਹੈ ਕਿ ਕਾਮਾਂ ਜਿਹੜੀਆਂ ਵਾਂਗੀ ਜ਼ਿੰਦਗੀ ਗੁਜ਼ਾਰ ਆਏ, ਕੀ ਕਰਕੇ ਆਏ ਹਾਂ। ਕੋਈ ਪਰਉਪਕਾਰ ਨਹੀਂ, ਕੋਈ ਸੇਵਾ ਨਹੀਂ, ਕੋਈ ਸਿਮਰਨ ਨਹੀਂ। ਇਹ ਮੂਰਖ ਪੁਰਖ ਦੇ ਲੱਖਣ ਹਨ। ਜੇ ਕੋਈ ਸਮਝਾਏਗਾ, ਇਹ ਨਹੀਂ ਵੀ ਪਤਾ ਨਹੀਂ, ਪਤਾ ਸਾਰਾ ਕੁਛ ਹੈ। ਉਹ ਕੰਨਾਂ ਕੇਸ ਮਾਰੀ ਹੋਈ ਹੈ, ਜਾਣ ਬੁੱਝ ਕੇ ਕਹਿਣਾ ਲਓ ਜੀ ਆਗੇ ਸਮਝਾਉਣ ਵਾਲੇ। ਖਾਧਾ ਪੀਤਾ ਲਾਹੇ ਲਾ, ਦਮ ਦਾ ਕੀ ਵਸਾ। ਕੋਈ ਨਰਕ ਨਹੀਂ, ਕੋਈ ਸਵਰਗ ਨਹੀਂ, ਇੱਥੇ ਹੀ ਸਭ ਕੁਛ ਹੈ। ਆਪਦਾ ਖਾਓ ਤੇ ਮੌਜਾਂ ਲੁੱਟੋ। ਇਹ ਤਾਂ ਡਰਾਉਣ ਵਾਸਤੇ ਪੁਜਾਰੀਆਂ ਨੇ ਗੱਲਾਂ ਬਣਾਈਆਂ ਹੋਈਆਂ। ਇੱਕ ਨਵਾਂ ਹੀ ਅੱਖਰ ਕੱਢਿਆ ਪੁਜਾਰੀ। ਜਿਹੜਾ ਪੁਜਾਰੀ ਹੈ ਉਹ ਕੋਈ ਮਾੜਾ ਥੋੜ੍ਹਾ ਹੁੰਦਾ। ਮਹਾਰਾਜ ਨੇ ਆਖਿਆ ਪੂਜਾ ਕੀਚੈ ਨਾਮ ਧਿਆਈ ਹੈ। ਵਾਹਿਗੁਰੂ ਨਾਮ ਵੀ ਧਿਆਓ ਤੇ ਪੂਜਾ ਵੀ ਕਰੋ। ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਪੂਜਾ ਨਹੀਂ ਕਰਨੀ। ਬੰਦਾ ਪੁੱਛੇ ਵੀ ਹੁਣ ਮੈਂ ਕੀ ਆਖਾਂ। ਆਪ ਦੇ ਘਰ ਦੀਆਂ ਪਰਿਕਰਮਾ ਕਰਦਿਆਂ ਤਾਂ ਰਾਤ ਵੀ ਨਹੀਂ ਥੱਕਣਾ। ਦਿਨੇ ਕਦੀ ਕਦੇ ਕਦੀ ਕਦੇ ਪਸ਼ੂ ਪੰਛੀਆਂ ਵਾਂਗ ਭੱਜ ਦੌੜ ਦੇ ਵਿੱਚ ਘਰ ਪਰਿਵਾਰ ਦੀ ਪਰਵਰਿਸ਼ ਵਾਸਤੇ 100 ਹਜ਼ਾਰਾਂ ਹੀ ਝੂਠ ਬੋਲਣੇ, ਔਰ 100 ਪਾਪੜ ਵੇਲਣੇ ਤੇ ਰਾਤ ਨੂੰ ਫਿਰ ਪਰਿਕਰਮਾ ਸ਼ੁਰੂ। ਤੇ ਨਿੰਦਿਆ ਕਿਹਦੀ ਕਰਨੀ? ਜੋ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਸੇਵਾਦਾਰ ਨੇ, ਗੁਰਦੁਆਰੇ ਦੀਆਂ ਬਿਲਡਿੰਗਾਂ ਬਣਾਉਂਦੇ ਨੇ। ਅੰਮ੍ਰਿਤ ਵੇਲੇ 1 ਵਜੇ ਉੱਠ ਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਕਰਦੇ ਨੇ, ਮਹਾਰਾਜ ਦਾ ਕੜਾ ਪ੍ਰਸ਼ਾਦ ਬਣਾਉਂਦੇ ਨੇ ਤੇ ਸਵੇਰ ਤੋਂ ਹੀ ਚੌਂਕੜਾ ਮਾਰ ਕੇ ਰਾਤ ਦੇ 10:30 11 ਵਜੇ ਤੱਕ ਸੰਗਤ ਨੂੰ ਪ੍ਰਸ਼ਾਦ ਵਰਤਾਉਂਦੇ ਰਹਿੰਦੇ ਨੇ। ਤੁਸੀਂ ਦੱਸੋ ਕਿਹੜਾ ਬੰਦਾ ਚੰਗਾ ਤੇ ਕਿਹੜਾ ਮਾੜਾ? ਮਹਾਰਾਜ ਨੇ ਠੀਕ ਹੈ ਸਾਨੂੰ ਬਾਗ ਪਰਿਵਾਰ ਦਿੱਤਾ, ਸਰੀਰ ਦਿੱਤਾ, ਇਹ ਥੋੜ੍ਹਾ ਵੀ ਆਪ ਦਾ ਸਵਾਰਨ ਵਿੱਚ ਹੀ ਲੱਗੇ ਰਹੋ। ਕਦੀ ਨਹਾ ਲਿਆ, ਧੋ ਲਿਆ, ਕਦੀ ਪਾਊਡਰ ਕਰੀਮਾਂ ਲਾ ਲਈਆਂ, 5-5 6-6 ਹਜ਼ਾਰ ਦੇ ਪੈਕੇਜ ਲੈ ਕੇ ਆਪ ਦੇ ਮੂੰਹ ਨੂੰ ਸਵਾਰ ਲਿਆ, ਸੋਹਣੇ ਸੋਹਣੇ ਕੱਪੜੇ ਪਾ ਲਏ, ਪਰਿਵਾਰ ਦੀ ਪਰਵਿਸ਼ ਕਰ ਲਈ। ਇਹ ਤਾਂ ਕਾਂ ਜਿਹੜੀਆਂ ਜਿਹੜੀ ਵੀ ਛੋਟੇ ਜਿਹੇ ਬੋਟ ਦੇ ਮੂੰਹ 'ਚ ਪਾਉਂਦੀ ਹੈ। ਸੋ ਜੇ ਬੰਦਾ ਬਣ ਕੇ ਕਿਸੇ ਦਾ ਭਲਾ ਨਹੀਂ ਕੀਤਾ, ਕੋਈ ਗੁਰੂ ਘਰ ਦੀ ਸੇਵਾ ਨਹੀਂ ਕੀਤੀ, ਕੋਈ ਪਰਉਪਕਾਰ ਨਹੀਂ, ਕੋਈ ਸਿਮਰਨ ਨਹੀਂ, ਤਾਂ ਫਿਰ ਬੰਦਾ ਖਵਾਉਣ ਦਾ ਲਾਭ ਕੀ ਹੋਇਆ?
ਪੁਜਾਰੀ ਅੱਖਰ ਵਰਤ ਕੇ ਅਨਭੋਲ ਦੇ ਵਿੱਚ ਅਸੀਂ ਸੰਤਾਂ ਸਾਧੂਆਂ ਗੁਰਸਿੱਖਾਂ ਦੀ ਨਿੰਦਿਆ ਕਰ ਬੈਠਦੇ ਹਾਂ। ਜੇ ਕੋਈ ਸਾਨੂੰ ਪੁੱਛੇ ਵੀ ਉਹ ਲੋਕ ਤਾਂ ਆਪ ਦਾ ਕੁਛ ਵੀ ਨਹੀਂ ਕਰਦੇ, ਜੋ ਕੁਛ ਕਮਾਈ ਜਾਂ ਸੁਦੇ ਸਿੱਧ ਵਾਹਿਗੁਰੂ ਬਖਸ਼ਦਾ ਉਹ ਵੀ ਸੰਗਤ ਵਿੱਚ ਲਾ ਦਿੰਦੇ ਨੇ, ਤੇ ਅਸੀਂ ਚੋਰੀਆਂ ਯਾਰੀਆਂ ਕਰਕੇ ਆਪ ਦਾ ਘਰ ਭਰ ਕੇ ਤੇ ਆਪ ਦੀਆਂ ਹੀ ਪਰਿਕਰਮਾ ਕਰੀ ਜਾਂਦੇ ਆ, ਆਪ ਦੀ ਤਿਆਰੀ 'ਚੋਂ ਹੀ ਵੇਲ ਨਹੀਂ ਕੱਢਦੇ। ਤਾਂ ਦੱਸੋ ਮਹਾਰਾਜ ਦੇ ਦਰ ਦੇ ਵਿੱਚ ਕੌਣ ਸੱਚਾ ਹੋਊਗਾ? ਇੱਥੇ ਤਾਂ ਗੱਲਾਂ ਵਾਲਿਆਂ ਦੀ ਜਿੱਤ ਹੈ। ਵਕੀਲ ਉਸ ਦੀ ਫੀਸ ਜ਼ਿਆਦੀ ਆ ਜਿਹੜਾ ਬਹੁਤੀਆਂ ਗੱਲਾਂ ਮਾਰਨੀਆਂ ਜਾਣਦਾ, ਝੂਠੇ ਬੰਦੇ ਦੀ ਜਿੱਤ ਹੈ। ਪਰ ਉੱਥੇ ਸੱਚੇ ਹੀ ਸੱਚ ਨਿਬੜੈ, ਚੁਣ ਵੱਖ ਕੱਢੇ ਜਜ ਮਾਲਿਆ। ਥਾਉ ਨਾ ਹੋਈ ਥਾਉ ਨਾ ਪਾਇਨ ਕੂੜਿਆ। ਜਿਹੜੇ ਝੂਠੇ ਬੰਦੇ ਨੇ ਉਹ ਖਲੋਣ ਦੀ ਬਹਿਣ ਦੀ ਜਗ੍ਹਾ ਵੀ ਨਹੀਂ ਪਾਉਣਗੇ। ਜਿਹੜੇ ਬੰਦੇ ਕੇਵਲ ਆਪਦੇ ਆਪ ਨੂੰ ਸਲਾਹੁੰਦੇ ਨੇ ਕਿ ਮੈਂ ਚੰਗਾ ਹਾਂ, ਮੈਂ ਬਹੁਤ ਸਿਆਣਾ ਹਾਂ, ਨਾ ਤਾਂ ਅੰਮ੍ਰਿਤ ਛਕਣਾ, ਨਾ ਕੇਸ ਰੱਖਣੇ, ਨਾ ਗੁਰੂ ਮਹਾਰਾਜ ਦੀ ਸੇਵਾ ਕਰਨੀ, ਨਾ ਸਿਮਰਨ ਕਰਨਾ, ਸਿਰਫ ਨਿੰਦਿਆ ਦੇ ਵਿੱਚ ਹੀ ਆਪਦਾ ਸਮਾਂ ਬਰਬਾਦ ਕਰਨਾ। ਤੋ ਜਿਹੜੇ ਭਲੇ ਪੁਰਸ਼ ਨੇ, ਸਾਧੂ ਪੁਰਸ਼ ਹਨ, ਇਹੋ ਜਿਹੇ ਲੋਕ ਮਰ ਕੇ ਕੁੱਤੇ ਬਣੇ। ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਦਾ ਇਤਿਹਾਸ ਪੜ੍ਹ ਕੇ ਵੇਖੋ। ਕਾਂਸ਼ੀ ਦੇ ਵਿੱਚ ਇੱਕ ਇਸ ਤਰ੍ਹਾਂ ਦੇ ਬਤੰਡਾਬਾਦ ਪੰਡਤ ਮਹਾਰਾਜ ਦੇ ਮਗਰ ਪੈ ਗਏ। ਜਿਹੜਾ ਗੋਪਾਲ ਦੱਤ ਸੀਗਾ, ਕਹਿੰਦਾ ਜੀ ਚਰਚਾ ਕਰੋ। ਮਹਾਰਾਜ ਦਾ ਖਹਿੜਾ ਇਹਨੇ ਛੱਡਿਆ। ਸਤਿਗੁਰੂ ਮਹਾਰਾਜ ਬੈਠੇ ਸਨ ਰੱਬ ਦੀ ਬੰਦਗੀ 'ਚ। ਜਦ ਉਹ ਬੋਲੀ ਗਿਆ ਤੇ ਇੱਕ ਮਰਿਆ ਕੁੱਤਾ ਉਹਦਾ ਕਰੰਗ ਪਿਆ ਸੀ। ਕਹਿੰਦੀ ਉੱਠ ਭਾਈ, ਤੇਰੇ ਜਾਤ ਭਾਈ ਆਏ ਨੇ, ਇਹਨਾਂ ਨਾਲ ਚਰਚਾ ਕਰ। ਸਾਧ ਸੰਗਤ ਜੀ ਉਹ ਜਿਹੜਾ ਕੁੱਤਾ ਸੀਗਾ, ਕੋਈ ਤਾਂ ਕਹਿੰਦੇ ਤਾਜ਼ਾ ਮਰਿਆ ਪਿਆ ਸੀ। ਗੁਰੂ ਨਾਨਕ ਸਾਹਿਬ ਤਾਂ ਪ੍ਰਭੂ ਨੇ, ਪਰਮਾਤਮਾ ਨੇ, ਉਹ ਕਰੰਗ ਦੇ ਵਿੱਚ ਵੀ ਜਾਨ ਪਾ ਸਕਦੇ ਨੇ। ਮੈਨੂੰ ਤਾਂ ਕੋਈ ਸ਼ੰਕਾ ਨਹੀਂ, ਪਰ ਜੇ ਤੁਹਾਨੂੰ ਸ਼ੰਕਾ ਹੋਵੇ, ਤੁਹਾਡੇ ਲਈ ਮੈਂ ਬੇਨਤੀ ਕਰਦਾ ਵੀ ਤਾਜ਼ਾ ਹੀ ਮਰਿਆ ਸੀਗਾ। ਕੀ ਪਤਾ ਸੁੱਤਾ ਪਿਆ ਹੀ ਹੋਊਗਾ। ਜੇ ਕੋਈ ਨਾ ਹੀ ਮੰਨੇ, ਕੁੱਤੇ ਦਾ ਸਰੀਰ ਪਿਆ ਸੀਗਾ। ਮਹਾਰਾਜ ਨੇ ਆਵਾਜ਼ ਮਾਰੀ। ਗੁਰੂ ਸਾਹਿਬ ਨੇ ਤਾਂ ਬੰਦੇ ਵੀ ਜਿਉਂਦੇ ਕੀਤੇ, ਇੱਕ ਹਾਥੀ ਵੀ ਜਿਉਂਦਾ ਕੀਤਾ ਦਿੱਲੀ ਵਿੱਚ। ਸੋ ਇਤਿਹਾਸ ਹੈ ਵੀ ਉਹ ਮਰੇ ਨੂੰ ਜਿਉਂਦਾ ਕੀਤਾ। ਤੇ ਉਹ ਉੱਠ ਕੇ ਖਲੋ ਗਿਆ, ਕਹਿਣ ਲੱਗਾ ਜੀ ਇਹ ਤਾਂ ਕੁੱਤਾ ਹੈ, ਮੇਰਾ ਜਾਤ ਭਾਈ ਕੈਸੇ ਹੋਇਆ? ਮਹਾਰਾਜ ਕਹਿੰਦੇ ਤੇ ਤੂੰ ਪੁੱਛ ਲੈ, ਆਪੇ ਦੱਸੂਗਾ। ਤਾਂ ਉਹਦੇ ਵਿੱਚੋਂ ਰੂਹ ਨਿਕਲੀ। ਸਮਝ ਲਓ ਕਰੰਗ ਚੋਂ ਰੂਹ ਨਿਕਲੀ ਜਾਂ ਕੁੱਤੇ ਦੇ ਵਿੱਚੋਂ ਰੂਹ ਨਿਕਲੀ। ਕਹਿਣ ਲੱਗਾ ਹੈ ਗੋਪਾਲ ਦੱਤ, ਮੈਂ ਤੇਰਾ ਦਾਦਾ ਹੀ, ਉਹ ਦਾਦਾ ਬਿਸ਼ਨ ਦੱਤ। ਇਸ ਤਰ੍ਹਾਂ ਹੀ ਮੈਂ ਕਿਸੇ ਸਾਧੂ ਦੇ ਮਗਰ ਪੈ ਗਿਆ ਸੀਗਾ। ਆਪਦੀ ਪੜ੍ਹਾਈ ਲਿਖਾਈ ਦਾ ਹੰਕਾਰ। ਮੈਂ ਪਹਿਲਾਂ ਬੇਨਤੀ ਕੀਤੀ ਹੈ ਵੀ ਪੰਡਿਤ ਵੀ ਮੂਰਖ ਹੋ ਸਕਦਾ, ਪੜ੍ਹਿਆ ਲਿਖਿਆ ਵੀ ਮੂਰਖ ਹੋ ਸਕਦਾ। ਰਾਮਨ ਨੂੰ 4 ਵੇਦ ਜ਼ਬਾਨੀ ਯਾਦ ਸਨ, ਪਰ ਗੁਰੂ ਦੀ ਬਾਣੀ ਨੇ ਉਸ ਨੂੰ ਮੂਰਖ ਗਿਣਿਆ ਹੈ। ਮਹਾਰਾਜ ਨੇ ਆਖਿਆ 1 ਲੱਖ ਪੂਤ 1.25 ਲੱਖ ਨਾਤੀ, ਤੇ ਇਹ ਰਾਵਣ ਕਰ ਦਿਆ ਨਾ ਬਾਤੀ। ਮੂਰਖ ਰਾਵਣ ਕਿਆ ਲੈ ਗਿਆ? ਰਾਵਣ ਪੰਡਿਤ ਸੀਗਾ, ਪਰ ਮਹਾਰਾਜ ਕਹਿੰਦੇ ਮੂਰਖ ਰਾਵਣ ਕੀ ਲੈ ਕੇ ਗਿਆ ਦੱਸੋ? ਕਿਉਂ? ਕਿਉਂਕਿ ਕੰਮ ਮੂਰਖਾਂ ਵਾਲਾ ਕੀਤਾ ਸੀ। ਤਾਂ ਪੜ੍ਹਿਆ ਲਿਖਿਆ ਪੰਡਿਤ ਵਿਦਵਾਨ ਬਗਾਨੇ ਘਰ ਵੱਲ ਬੁਰੀ ਨਿਗਾਹ ਨਾਲ ਤੱਕਿਆ। ਤੋ ਇਸ ਤਰ੍ਹਾਂ ਜਿਹੜੇ ਸਾਧੂ ਸੰਤਾਂ ਦੀ ਨਿੰਦਿਆ ਕਰਦੇ ਨੇ। ਹੁਣ ਰਾਮ ਜੀ ਵਿਚਾਰੇ ਤਾਂ ਆਪ ਵਿਪਤਾ ਦੇ ਮਾਰੇ ਸੀਗੇ। ਮਤਰੇਈ ਮਾਂ ਨੇ ਵੈਰ ਕਮਾਇਆ ਤੇ ਆਪ ਦੇ ਪੁੱਤ ਨੂੰ ਗੱਦੀ ਦੇਣ ਖਾਤਰ ਉਹਦੇ ਸਕੇ ਪਿਓ ਕੋਲ ਆਪ ਦਾ ਸ਼ਰਾਬ ਦਵਾਤਾ ਬਣੂ ਬਾਸ। ਉਹ ਤਾਂ ਵਿਚਾਰਾ ਪਹਿਲਾਂ ਹੀ ਵਿਪਤਾ ਦਾ ਮਾਰਿਆ ਤੇ ਆਪਦੇ ਰਾਜਿਆਂ ਵਾਲੇ ਕੱਪੜੇ ਲਾ ਕੇ ਸੁੱਟ ਆਇਆ, ਜਿਹਦੇ ਬਸਤਰ ਵੀ ਨਹੀਂ ਪਾਏ ਤੇ ਸਿਰ ਵੀ ਵੇਖੋ ਨੰਗਾ, ਜੜਾਵਾਂ ਬਣਾ ਲਈਆਂ। ਉਹ ਤਾਂ ਵਿਚਾਰੇ ਦਿਨ ਕੱਟ ਰਹੇ ਨੇ। ਉਹ ਬਿਪਤਾ ਦੀ ਮਾਰੀ ਸੀਤਾ ਵਿਚਾਰੀ। ਸ਼ਰਾਪ ਇੱਕ ਨੂੰ ਹੋਇਆ, ਦੂਜਿਆਂ ਨੂੰ ਨਾਲ ਸੇਵਾ ਲਈ ਆਉਣਾ ਪਿਆ। ਸੰਬੰਧ ਜੋ ਐਸਾ ਸੀਗਾ। ਤੇ ਤੂੰ ਦੱਸ ਕੀ ਲੈਣਾ ਉਹਨਾਂ ਤੋਂ? ਜਾਣ ਬੁੱਝ ਕੇ ਉਹਨਾਂ ਨਾਲ ਵੈਰ ਕਪਾਇਆ।
ਤੂੰ ਇਹੋ ਜਿਹੇ ਲੋਕ ਜਿਹੜੇ ਭਗਤੀ ਨਹੀਂ ਕਰਨ ਦਿੰਦੇ, ਜੰਗਲਾਂ 'ਚੋਂ ਤੁਰੇ ਫਿਰਦਿਆਂ ਨੂੰ ਟਿਕ ਕੇ ਜੰਗਲ 'ਚ ਵੀ ਨਹੀਂ ਬੈਠਣ ਦਿੰਦੇ। ਕਿੱਡਾ ਵੱਡਾ ਉਗਣਾ ਹੈ। ਇਹੀ ਮੂਰਖਾਂ ਦਾ ਕੰਮ ਹੈ। ਮੂਰਖਾਂ ਦੇ ਸਿਰ 'ਤੇ ਸਿੰਘ ਨਹੀਂ ਹੁੰਦੇ। ਇਹ ਮੂਰਖਾਂ ਦੀਆਂ ਨਿਸ਼ਾਨੀਆਂ ਹੁੰਦੀਆਂ, ਲੱਛਣ ਹੁੰਦੇ ਨੇ ਜਿਹੜੇ ਕਿਸੇ ਨੂੰ ਸ਼ਾਂਤੀ ਨਾਲ ਟਿਕ ਕੇ ਬੈਠਣ ਨਾ ਦੇਣ, ਬਦੋ ਬਦੀ ਤੰਗ ਕਰੀ ਜਾਣ, ਦੁਖੀ ਕਰੀ ਜਾਣ। ਸੋ ਕਈਆਂ ਦੇ ਮੱਥੇ 'ਤੇ ਕਹਿੰਦੇ ਨੇ ਵੀ 12 ਵਜੇ, ਉਹ 12 ਹੀ ਵਜੇ ਰਹਿੰਦੇ ਨੇ। ਮਤਲਬ ਉਹਨਾਂ ਦੇ ਦਰਸ਼ਨ ਹੀ ਟੈਨਸ਼ਨ ਦਾ ਕਾਰਨ। ਮੱਥੇ ਲੱਗਦਿਆਂ ਸਾਰੀ ਚਿੰਤਾ ਦਾ ਵਿਸ਼ਾ ਬਣ ਜਾਂਦਾ ਵੀ ਪਤਾ ਨਹੀਂ ਇਹਨਾਂ ਨੇ ਕੀ ਕਰ ਦੇਣਾ ਹੈ। ਇਹੋ ਜਿਹੇ ਲੋਕ, ਉਹਨਾਂ ਤੋਂ ਬਚ ਕੇ ਰਹਿਣਾ ਚਾਹੀਦਾ। ਇਸ ਲਈ ਗੁਰਦੁਆਰੇ ਆਈਦਾ ਤੇ ਅਰਦਾਸ ਦੇ ਵਿੱਚ ਬੇਨਤੀ ਕਰੀ ਦੀ, ਹੱਥ ਜੋੜ ਕੇ, ਮਹਾਰਾਜ ਸਹੀ ਪਿਆਰੇ ਮੇਲ ਜਿੰਨਾ ਮਿਲਿਆ ਤੇਰਾ ਨਾਮ ਚੇਤੇ ਆਵੇ। ਗੱਜ ਕੇ ਆਖੋ ਸਤਨਾਮ ਸ੍ਰੀ ਵਾਹਿਗੁਰੂ। ਮੂਰਖ ਉਹ ਬੰਦਾ ਹੈ ਜਿਹੜਾ ਹਰ ਵਕਤ ਬੇਸਮਝ ਪੁਣੇ ਚ ਰਹੇ। ਗੱਲ ਪਤਾ ਸਾਰੀ ਹੋਵੇ ਤੇ ਪਰ ਮੰਨੇ ਨਾ, ਪਰਮਾਰਥ ਤੋਂ ਹੀਣਾ ਹੋਵੇ। ਇਹ ਮੂਰਖ ਪੁਰਖ ਦੇ ਲੱਛਣ ਹਨ। ਅਹੰਕਾਰੀ ਮਰਣਾ। ਫਿਰ ਮੂਰਖ ਕਰਦਾ ਕੀ ਹੈ? ਜਿਸ ਤਰ੍ਹਾਂ ਰਾਵਣ, ਉਹਨਾਂ ਨੂੰ 100 ਬੰਦਿਆਂ ਨੇ ਸਮਝਾਇਆ ਵੀ ਸਮਝ ਆ ਭਾਈ, ਤੂੰ ਰਾਮ ਦੇ ਪੈਰ ਫੜ ਲਾ। ਸੀਤਾ ਨੇ ਵੀ ਆਖਿਆ ਵੀ ਤੂੰ ਆਪਦੇ ਘਰ ਰਾਜੀ ਰਹੋ ਤੇ ਮੈਨੂੰ ਜਾਣ ਦੇ। ਨਹੀਂ ਮੰਨਿਆ। ਰਾਮ ਜੀ ਨੇ ਵੀ ਆਖਿਆ ਵੀ ਇੰਝ ਕਰ, ਤੂੰ ਸੀਤਾ ਨੂੰ ਵਾਪਸ ਕਰ ਦੇ, ਲੜਾਈ ਤੋਂ ਕੀ ਲੈਣਾ ਦੱਸ। ਨਹੀਂ ਮੰਨਿਆ। ਉਹ ਮੂਰਖ ਪੁਰਖ ਹੈ ਜਿਹੜਾ ਹੰਕਾਰ ਵਿੱਚ ਆਪ ਦਾ ਮਰਨਾ ਹੀ ਮਰਨਾ, ਆਪਦੇ ਧੀਆਂ ਪੁੱਤਾਂ ਨੂੰ, ਸਾਰੇ ਪਰਿਵਾਰ ਨੂੰ, ਸਾਰੇ ਟੱਬਰ ਨੂੰ ਸਾਧ ਸੰਗ ਜੋ ਲੈ ਕੇ ਬਹਿ ਜਾਂਦਾ, ਮੌਤ ਵੱਲੋਂ ਮਰਿਆ ਰਹਿੰਦਾ। ਇਹ ਮੂਰਖ ਬੰਦੇ ਦੇ ਕਰਤੱਵ ਹਨ। ਈਤ ਕਮਾਣੈ ਸਦਾ ਦੁਖ। ਇਸ ਤਰ੍ਹਾਂ ਹੰਕਾਰ ਦੇ ਸਹਿਤ ਕਰਮਾਂ ਦੀ ਕਮਾਉਣੇ ਕਰਕੇ ਹਮੇਸ਼ਾ ਬੰਦੇ ਨੂੰ ਕਸ਼ਟ ਹੀ ਕਸ਼ਟ, ਦੁੱਖ ਹੀ ਦੁੱਖ ਪ੍ਰਾਪਤ ਹੁੰਦਾ ਹੈ। ਆ ਜਿਹੜੇ ਨਕਲੀ ਨਿਰੰਕਾਰੀ ਗੁਰਬਚਨਾਂ ਬਾਬੀ, ਜਿੱਥੋਂ ਸਾਰਾ ਪੁਆੜਾ ਸ਼ੁਰੂ ਹੋਇਆ, ਕਹਿੰਦਾ ਹੈ ਜੀ ਮੈਂ ਤਾਂ ਗੁਰੂ ਗੋਬਿੰਦ ਸਿੰਘ ਹਾਂ। ਘਰ ਵਾਲੇ ਨੂੰ ਨਾਲ ਬਿਠਾ ਲਿਆ ਵੀ ਆਹ ਸਾਹਿਬ ਦੀਵਾ ਹੈ, ਸਾਹਿਬਜ਼ਾਦੇ ਵੀ ਬਣਾ ਲਏ। ਤੇ ਨਗਰ ਕੀਰਤਨ ਕਿੱਥੇ ਕੱਢਿਆ ਵੀ ਤੂੰ ਪਰਾਂ ਮਰ ਦਿੱਲੀ ਵਿੱਚ ਜਿੱਥੇ ਤੂੰ ਰਹਿੰਦਾ। ਅੰਮ੍ਰਿਤਸਰ ਆ ਕੇ ਮਰਿਆ। ਦਰਬਾਰ ਸਾਹਿਬ ਜਿੱਥੇ ਗੁਰੂ ਕੀਆਂ ਸੰਗਤਾਂ, ਨਰਮ ਦਿਲ ਵਾਲੇ, ਮਹਾਰਾਜ ਨੂੰ ਮੰਨਣ ਵਾਲੇ ਮਹਾਂਪੁਰਖਾਂ ਦਾ ਸੁਭਾਅ ਐਸਾ ਸੀਗਾ। ਉਹਨਾਂ ਨੂੰ ਪਤਾ ਸੀ ਵੀ ਸੰਤਾਂ ਦੀ ਕਮਜ਼ੋਰੀ ਕੀ ਹੈ। ਕਮਜ਼ੋਰੀ ਉਹਨਾਂ ਦੀ ਇਹ ਸੀ ਵੀ ਜੋ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬੇਅਦਬੀ ਕਰਦਾ, ਉਹਨਾਂ ਨੂੰ ਬੜਾ ਕ੍ਰੋਧ, ਬੜੀ ਚੰਡੀ ਚੜ੍ਹ ਜਾਂਦੀ। ਯਾਰ ਇਹ ਨਹੀਂ ਵੇਖਦੇ ਵੀ ਮੈਂ ਕਿਤੇ ਮੇਰਾ ਨੁਕਸਾਨ ਨਾ ਹੋਵੇ ਜਾਂ ਕੁਛ ਹੋ ਨਾ ਜਾਏ। ਨਿਡਰ ਹੋ ਕੇ ਅੱਗੇ ਆ ਕੇ ਖੜੋ ਜਾਂਦੇ। ਸੰਤਾਂ ਨੇ ਤਾਂ ਵਿਰੋਧਤਾ ਕਰਨੀ ਸੀ। ਸਨ 78 ਤੋਂ ਇਹ ਸਾਰਾ ਪੌੜਾ ਸ਼ੁਰੂ ਹੋਇਆ, ਅਜੇ ਤੱਕ ਨਿਬੇੜਾ ਨਹੀਂ ਹੋਇਆ। ਸ਼ਰਾਰਤੀ ਅਨਸਰ ਤੇ ਇਸ ਵਾਸਤੇ ਕੀ ਪੱਲੇ ਪਿਆ? ਕੁਛ ਵੀ ਨਹੀਂ। ਆਪ ਦੀ ਜਾਨ ਵੀ ਗਈ, ਦੂਸਰਿਆਂ ਦੀ ਬਦਨਾਮੀ ਵੀ ਕਰਾਈ। ਤੋ ਇਹੋ ਜਿਹੇ ਮੂਰਖ ਬੰਦੇ ਨਿੱਤ ਜੰਮਦੇ ਦੇ ਨਿੱਤ ਮਰਦੇ ਨੇ। ਉਹਨਾਂ ਵੱਲ ਵੇਖ ਕੇ ਦੂਜਿਆਂ ਨੂੰ ਫਿਰ ਵੀ ਸਮਝ ਨਹੀਂ ਆਉਂਦੀ, ਪੱਲੇ ਕੁਛ ਨਹੀਂ ਰਹਿੰਦਾ ਹੈ। ਗੁਰੂ ਘਰ ਦੀ ਤੇ ਗੁਰੂ ਮਹਾਰਾਜ ਦੇ ਸੰਤਾਂ ਦੀ ਤਾਂ ਹਮੇਸ਼ਾ ਚੜ੍ਹਦੀ ਕਲਾ ਹੁੰਦੀ ਹੈ। ਮੂਰਖ ਬੰਦੇ ਨੂੰ ਲੋਕ ਸਾਰੇ ਮੂਰਖ ਹੀ ਕਹਿੰਦੇ। ਉਹ ਆਪਦੇ ਹੰਕਾਰ ਦੇ ਵਿੱਚ ਹੀ ਮਰਿਆ ਰਹਿੰਦਾ। ਇਹ ਮੂਰਖ ਦੇ ਕਰਤੱਵ ਨੇ ਤੇ ਹੰਕਾਰ ਵਿੱਚ ਹੀ ਕਰਮ ਕਮਾਉਂਦਾ ਹੈ। ਦੁਖ ਹੀ ਮਹਿ ਰਹਿਣਾ, ਈਤ ਕਮਾਣੈ ਸਦਾ ਦੁਖ। ਇਸ ਤਰ੍ਹਾਂ ਹੰਕਾਰ ਦੇ ਸਹਿਤ ਕਰਮਾਂ ਦੇ ਕਮਾਉਣੇ ਕਰਕੇ ਹਮੇਸ਼ਾ ਦੁੱਖ ਹੀ ਦੁੱਖ, ਕਸ਼ਟ ਹੀ ਕਸ਼ਟ ਪ੍ਰਾਪਤ ਹੁੰਦਾ ਹੈ। ਬੀਬੀ ਇੰਦਰਾ ਨੇ ਵੀ ਮੂਰਖਾਂ ਵਾਲਾ ਕੰਮ ਕੀਤਾ ਵੀ ਤੂੰ ਜਿਹੜੇ ਕੰਮ ਲਈ ਕੁਰਸੀ ਤੇ ਬੈਠੀ, ਤੂੰ ਆਪ ਦਾ ਕੰਮ ਕਰੀ ਜਾ, ਦੇਸ਼ਾਂ ਦੀ ਪ੍ਰਧਾਨ ਬਣੀ ਰਹੋ। ਤੂੰ ਸੰਤਾਂ ਕੋ ਕੀ ਲੈਣਾ? ਉਹ ਤਾਂ ਵਿਚਾਰੇ ਮੰਗ ਕੇ ਖਾਣ ਵਾਲੀ ਜਾਤ, ਮੂੰਗੀ ਦੀ ਦਾਲ ਤੇ ਸੁੱਕੀਆਂ ਰੋਟੀਆਂ। ਗੁਰਦੁਆਰੇ ਕੀ ਹੁੰਦਾ? ਨਾ ਕੋਈ ਫੈਕਟਰੀ, ਨਾ ਕੋਈ ਪੈਲੀ, ਨਾ ਬੰਨਾ, ਕੁਛ ਵੀ ਨਹੀਂ ਹੈ। ਉਹ ਤਾਂ ਸੇਵਾ ਸਿਮਰਨ ਆਪ ਦੀ ਬਾਣੀ ਪੜ੍ਹਦੇ, ਕਥਾ ਕੀਰਤਨ 'ਚ ਜੁੜੇ ਹੋਏ ਨੇ ਤੇ ਆਪ ਦੀ ਮੌਜ ਦੇ ਮਾਲਕ ਨੇ।
ਜੇ ਨਿਹੰਗ ਨੇ ਕਿਰਪਾਨ ਪਾਈ ਹੈ ਸਾਨੂੰ ਕੀ, ਅਗਲੇ ਦੀ ਆਪਦੀ ਮੌਜ ਹੈ, ਉਹ ਤੁਰਿਆ ਫਿਰ ਜਕਾਰੇ ਛੱਡਦਾ ਰਹੇ। ਤੇ ਇਸ ਵਾਸਤੇ ਸਾਨੂੰ ਅਗਲਾ ਕੀ ਆਖ ਰਿਹਾ ਹੈ, ਉਹ ਆਪਦੀ ਮੌਜ ਹੈ। ਮਹਾਰਾਜ ਸੱਚੇ ਪਾਤਸ਼ਾਹ ਨੇ ਇਹ ਫੌਜ ਹੀ ਇਸ ਤਰ੍ਹਾਂ ਦੀ ਬਣਾਈ ਹੈ, ਕੋਈ ਕਿਸੇ ਦੀ ਗੱਲ ਮੰਨਦੀ ਨਹੀਂ। ਖਾਲਸਾ ਅਕਾਲ ਪੁਰਖ ਕੀ ਫੌਜ, ਪ੍ਰਗਟਿਓ ਖਾਲਸਾ ਪਰਮਾਤਮਾ ਕੀ ਮੌਜ। ਗੁਰੂ ਘਰ ਚੋਰ ਨਹੀਂ ਰਹਿੰਦੇ, ਡਾਕੂ ਨਹੀਂ ਰਹਿੰਦੇ, ਕਾਤਲ ਨਹੀਂ ਰਹਿੰਦੇ। ਸੰਤਾਂ ਦੀ ਵਾਰਡਨ ਸੀਗੀ। ਦਰਬਾਰਾ ਸਾਹਿਬ ਦੀ ਸਰਕਾਰ ਵੱਲੋਂ ਸੁਨੇਹਾ ਆਇਆ ਮਹਿਤੇ ਸੰਤ ਜਰਨੈਲ ਸਿੰਘ ਬਾਬਾ ਜੀ ਨੂੰ, ਕਹਿੰਦੇ ਆਪਦੇ ਹਥਿਆਰ ਥਾਣੇ ਜਮ੍ਹਾਂ ਕਰਾ ਜਾਓ। ਕਿਉਂ? ਵੀ ਲਾਇਸੈਂਸ ਕੋਈ ਨਹੀਂ ਸੀਗਾ। ਉਹ ਨਿਹੰਗਾਂ ਨੂੰ ਕੌਣ ਕਹੇ ਜਿਹੜਾ ਹੈ ਹੀ ਨਿਹੰਗ। ਮਹਾਂਪੁਰ ਕਹਿੰਦੇ ਕਿਉਂ ਭਾਈ? ਕਹਿੰਦੇ ਵੀ ਗਲਤ ਵਰਤੋਂ ਕਰਦੇ। ਕਹਿੰਦੇ ਦੱਸੋ ਕਿੱਥੇ ਕੀਤੀ ਹੈ? ਕਿਤੇ ਰਿਕਾਰਡ ਦੇ ਵਿੱਚ ਸਾਡੇ ਨਾਂ ਤੇ ਅੱਜ ਤੱਕ ਰਿਕਾਰਡ ਹੈ ਵੀ ਕਿਸੇ ਥਾਣੇ 'ਚ FRI ਦਰਜ ਨਹੀਂ ਹੈ, ਕਿਤੇ ਵੀ ਲੱਭ ਕੇ ਦਿਖਾਓ। ਕੋਈ ਕੇਸ ਨਹੀਂ, ਕੋਈ FRI ਨਹੀਂ। ਕਹਿੰਦੇ ਅਸੀਂ ਗੁਰੂ ਗੋਬਿੰਦ ਸਿੰਘ ਦੇ ਸਿੰਘ ਹਾਂ ਤੇ ਕੱਟੜ ਨਿਹੰਗ ਹਾਂ, ਪੱਕੇ ਖਾਲਸਾ। ਹਥਿਆਰ ਠੀਕ ਸਾਡੇ ਪਾਸ ਨੇ। ਤੁਸੀਂ ਦੱਸੋ ਵੀ ਚਿੜੀ ਵੀ ਮਰੀ ਦਿਖਾ ਦਿਓ ਵੀ ਸਿੰਘ ਕਿਸੇ ਮੈਂ ਜਾਂ ਕਿਸੇ ਮੇਰੇ ਸਿੰਘ ਨੇ ਚਿੜੀ ਵੀ ਮਾਰੀ। ਆਪਾਂ ਚਿੜੀ ਮਾਰਨ ਨੂੰ ਵੀ ਪਾਪ ਸਮਝਦੇ ਹਾਂ। ਮਾਸ ਖਾਣਾ ਦਾ ਕੀ, ਜਿਸ ਦੁਕਾਨ ਤੇ ਮਾਸ ਦੀ ਵਰਤੋਂ ਬਣਦਾ ਹੈ ਜਾਂ ਉੱਥੇ ਵੱਢ ਟੁੱਟ ਕੇ ਵੇਚਦੇ ਨੇ, ਕਸਾਈਆਂ ਤੋਂ ਦੂਰ ਰਹੀਦਾ। ਤੇ ਅੰਮ੍ਰਿਤਧਾਰੀ ਬੰਦੇ ਆ ਜੀ ਆਪਾਂ, ਤਾਂ ਵੈਜੀਟੇਰੀਅਨ ਆ। ਆਪਾਂ ਕਿਉਂ ਭਲਾ ਬੰਦੇ ਮਾਰਾਂਗੇ? ਆਪਾਂ ਕਸਾਈ ਥੋੜ੍ਹਾ ਜਿਹੜੇ ਕਤਲ ਕਰਾਂਗੇ। ਪਰ ਸਾਡੇ ਕੋਲ ਸਬੂਤ ਵੀ ਤੁਸੀਂ ਨਜਾਇਜ਼ ਆਪਦੀ ਹਿਰਾਸਤ 'ਚ ਰੱਖ ਕੇ ਸਿੰਘਾਂ ਨੂੰ ਪਰੇਸ਼ਾਨ ਕਰਦੇ ਹੋ ਔਰ ਨਜਾਇਜ਼ ਉਹਨਾਂ ਦੀ ਹੱਤਿਆ ਕਰਦੇ ਹੋ। ਤੇ ਤੁਹਾਨੂੰ ਬੇਨਤੀ ਹੈ ਵੀ ਆਪਦੇ ਸਾਰੇ ਹਥਿਆਰ ਮਿੱਤੇ ਮੇਰੇ ਕੋਲ ਜਮ੍ਹਾਂ ਕਰਾ ਦਿਓ, ਮੈਂ ਤੁਹਾਡੀ ਦੁਰਵਰਤੋਂ ਨਹੀਂ ਹੋਣ ਦਿਆਂਗਾ। ਐਸਾ ਉਹਨਾਂ ਦਾ ਸੁਭਾਅ ਸੀਗਾ। ਗੁਰੂ ਘਰ ਦੇ ਵਿੱਚ ਬਾਣੀ ਦੀ ਪਾਠ ਪੂਜਾ, ਸ਼ਸਤਰਾਂ ਦੀ ਪੂਜਾ। ਤੋ ਵੇਖੋ ਅਕਾਲ ਤਖਤ ਸਾਹਿਬ ਨਾਲ ਮੱਥਾ ਲਾਇਆ, ਕਿੰਨਾ ਦਾ ਕੰਮ ਹੈ। ਕੋਈ ਭਲੇ ਮਾਨਸ ਜਨਾਨੀ ਦਾ ਕੰਮ ਥੋੜ੍ਹਾ। ਬੀਬੀਆਂ ਤਾਂ ਨਿਮਰਤਾ ਵਾਲੀਆਂ, ਪਿਆਰ ਵਾਲੀਆਂ ਹੁੰਦੀਆਂ। ਪਿਓ ਪੁੱਤ ਨੂੰ ਮਾਰੇ ਵੀ ਇਹਦੇ ਕਹਿੰਦੀਆਂ ਵੀ ਇਹਨੇ ਭਲਾ ਕੀ ਕੀਤਾ, ਕਸੂਰ ਕੀਤਾ ਵੀ ਹੋਏ ਬਚਾ ਲੈਂਦੀਆਂ ਨੇ। ਕਿੰਨਾ ਨਰਮ ਦਿਲ ਹੁੰਦਾ। ਉਹ ਜਨਾਨੀਆਂ ਵਾਲਾ ਕੰਮ ਥੋੜ੍ਹਾ ਸੀਗਾ। ਤੁਸੀਂ ਦੱਸੋ, ਕੋਈ ਬੰਦਿਆਂ ਵਾਲਾ ਕੰਮ ਥੋੜ੍ਹਾ, ਮੂਰਖਾਂ ਵਾਲਾ ਕੰਮ ਹੈ। ਜਨਾਨੀ ਵੀ ਮੂਰਖ ਹੋ ਸਕਦੀ ਹੈ। ਤੇ ਇਸ ਵਾਸਤੇ ਮਹਾਰਾਜ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਵੀ ਇਸ ਤਰ੍ਹਾਂ ਹੰਕਾਰ ਦੇ ਸਹਿਤ ਕਰਮ ਕਮਾਉਣੇ ਕਰਕੇ ਹਮੇਸ਼ਾ ਸਦਾ ਦੁੱਖ ਹੀ ਦੁੱਖ, ਕਸ਼ਟ ਹੀ ਕਸ਼ਟ ਪ੍ਰਾਪਤ ਹੁੰਦਾ। ਕੀ ਪੱਲੇ ਪਿਆ? ਦੁੱਖ ਹੀ ਪਿਆ। ਦੁੱਖ ਹੀ ਮਹਿ ਰਹਿਣਾ। ਹਰ ਜੀਵਨ ਪਰਯੰਤ ਸਦਾ ਦੁੱਖ ਵਿੱਚ ਹੀ ਰਹਿਣਾ ਕਰਦਾ ਹੈ, ਜਾਂ ਸਦਾ ਜੰਮਣ ਮਰਨ ਦੇ ਦੁੱਖ ਦੇ ਵਿੱਚ ਇਨਸਾਨ ਪਿਆ ਰਹਿੰਦਾ ਹੈ। ਅਤ ਪਿਆਰਾ ਪਵੈ ਖੂਹੇ। ਜੇ ਕੋਈ ਅਤੀ ਬਹੁਤਾ ਹੀ ਪਿਆਰਾ ਸਨੇਹੀ ਮਿੱਤਰ ਖੂਹ ਦੇ ਵਿੱਚ ਪੈ ਜਾਵੇ, ਪਾਪ ਕੋ ਸੰਗਤ ਦੇ ਵਿੱਚ ਕੁਮਾਰਗ ਸੰਸਾਰ ਰੂਪੀ ਖੂਹ 'ਚ ਡਿੱਗਦਾ ਹੋਵੇ, ਇਹੋ ਸੰਜਮ ਕਰਨਾ। ਤਾਂ ਉਸ ਦੇ ਨਿਕਲਣ ਦਾ ਕੋਈ ਸੰਜਮ ਉਪਾਅ ਕਰਨਾ ਯੋਗ ਹੈ। ਮਤਲਬ ਤੁਹਾਡਾ ਕੋਈ ਧੀ ਪੁੱਤ ਮੂਰਖਾਂ ਵਾਲਾ ਕੰਮ ਕਰ ਰਿਹਾ, ਤੁਸੀਂ ਮਾਂ ਪਿਓ ਨੂੰ ਸਮਝਾ ਸਕਦੇ ਹੋ ਕਿਉਂਕਿ ਤੁਹਾਡਾ ਉਹਦੇ ਨਾਲ ਪਿਆਰ ਹੈ। ਪਰ ਸੜਕ 'ਤੇ ਜਾਂਦੇ ਸੱਤ ਬਗਾਨੇ ਨੂੰ ਤੁਸੀਂ ਕੀ ਸਮਝਾਓਗੇ? ਜਿਸ ਦੇ ਨਾਲ ਤੁਹਾਡਾ ਪਿਆਰ ਹੈ, ਕੋਈ ਭੈਣ ਭਰਾ ਹੈ, ਕੋਈ ਧੀ ਪੁੱਤ ਹੈ, ਜੇ ਤਾਂ ਤੁਹਾਡੀ ਗੱਲ ਮੰਨਦਾ ਤੇ ਤੁਹਾਡਾ ਫਰਜ਼ ਬਣਦਾ ਹੈ ਕਿ ਤੁਸੀਂ ਉਹਨੂੰ ਸਮਝਾਓ ਤੇ ਆਖੋ ਵੀ ਇਹ ਕੰਮ ਜਿਹੜਾ ਮੂਰਖਾਂ ਵਾਲਾ ਇਹਨੂੰ ਤੂੰ ਨਾ ਕਰ। ਗੁਰਮੁਖ ਹੋਏ ਸੋ ਕਰੇ ਵਿਚਾਰ। ਜੇਕਰ ਅੱਗੇ ਉਹ ਗੁਰਮੁਖ ਸੁਭਾਅ ਨੂੰ ਧਾਰਨ ਕਰਨ ਵਾਲਾ ਹੋਵੇ, ਉਹੀ ਵਿਚਾਰ ਕਰਦਾ ਹੈ ਕਿ ਠੀਕ ਮੇਰੇ ਭਲੇ ਵਾਸਤੇ ਕਹਿ ਰਿਹਾ ਹੈ। ਉਸ ਅਲਿਪ ਤੋਂ ਰਹਿਣਾ। ਫਿਰ ਹੀ ਉਹ ਸੰਸਾਰ ਰੂਪੀ ਕੁਮਾਰਗ ਤੋਂ ਨਿਰਲੇਪ ਰਹਿਣਾ ਕਰਦਾ ਹੈ। ਇਸੇ ਪ੍ਰਕਾਰ ਗੁਰਮੁਖ ਹੋਏ ਸੋ ਕਰੇ ਵਿਚਾਰ। ਜੇਕਰ ਐਸਾ ਪੁਰਖ ਕਹਿਣਾ ਨਾ ਮੰਨੇ ਤਾਂ ਜੋ ਗੁਰਮੁਖ ਹੁੰਦਾ ਹੈ ਉਹ ਵਿਚਾਰ ਕਰਦਾ ਹੈ।
ਉਸ ਅਲਿਪਤੋ ਰਹਿਣਾ। ਕਿ ਇਹਨੇ ਭਲੇ ਦੀ ਗੱਲ ਤਾਂ ਮੰਨਣੀ ਕੋਈ ਨਹੀਂ, ਫਿਰ ਉਹਦੇ ਤੋਂ ਗੁਰਮੁਖ ਜਨ ਕਿਨਾਰਾ ਕਰ ਜਾਂਦਾ, ਨਿਰਲੇਪ ਰਹਿੰਦਾ। ਜਿਵੇਂ ਧੀਰ ਮੱਲ, ਉਹਨੇ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ 'ਤੇ ਗੋਲੀ ਚਲਾਈ ਤੇ ਸੱਚੇ ਪਾਤਸ਼ਾਹ ਨੇ ਆਖਿਆ ਭਲਾ ਧੀਰ ਮੱਲਾ, ਭਲਾ ਧੀਰ ਮੱਲਾ। ਪਤਾ ਸੀ, ਸਮਝਣਾ ਨਹੀਂ, ਬਾਬਾ ਬਕਾਲਾ ਹੀ ਛੱਡ ਗਏ। ਤੇ ਅੰਮ੍ਰਿਤਸਰ ਉਹ ਤੋਂ ਵੱਡੇ ਮੂਰਖ ਮਿਲੇ, ਮਸੰਦ ਜਿਨ੍ਹਾਂ ਦਾ ਕਬਜ਼ਾ ਸੀਗਾ, ਉਹਨਾਂ ਗੇਟ ਹੀ ਬੰਦ ਕਰਤਾ। ਦੱਸੋ ਗੁਰਦੁਆਰੇ ਦਾ ਗੇਟ ਲਾਇਆ ਕਾਹਤੋਂ ਜੇ ਬੰਦ ਹੀ ਕਰਨਾ? ਦਿਨੇ ਬੰਦ ਦਾ ਮਤਲਬ ਕੀ ਹੋਇਆ? ਰਾਤ ਨੂੰ ਤਾਂ ਕਵਾੜ ਬੰਦ ਹੁੰਦੇ ਜਦ ਸਾਹਿਬਾਂ ਦਾ ਸੁੱਖ ਆਸਨ ਹੁੰਦਾ। ਮੂਰਖ ਬੰਦਿਆਂ ਨੇ ਸੋਚਿਆ ਵੀ ਸ਼ਾਇਦ ਚੜਾਵਾ ਹੀ ਨਾ ਚੁੱਕ ਕੇ ਲੈ ਜਾਣ, ਜਾਂ ਇੱਥੇ ਚੌਂਕੜਾ ਮਾਰ ਕੇ ਚੜਾਵੇ ਦੇ ਕਬਜ਼ਾ ਹੀ ਨਾ ਕਰ ਲੈਣ। ਗੇਟ ਬੰਦ ਕਰਕੇ ਚਲੇ ਗਏ। ਮਹਾਰਾਜ ਥੜਾ ਸਾਹਿਬ, ਜਿੱਥੇ ਭੋਰੇ ਦੇ ਵਿੱਚ ਥੜਾ ਸਾਹਿਬ ਬਣਿਆ ਹੋਇਆ, ਉੱਚੀ ਜਗ੍ਹਾ, ਤੇ ਉਸ ਅਸਥਾਨ ਦੇ ਗੁਰੂ ਸਾਹਿਬ ਜੀ ਪਹਿਲਾਂ ਸਰੋਵਰ ਦੀਆਂ ਪਰਿਕਰਮਾ ਕੀਤੀਆਂ, ਫਿਰ ਇਸ਼ਨਾਨ ਕੀਤਾ। ਆਖਿਆ ਵੀ ਵਾਜੇ ਨਹੀਂ ਵੱਜਦੇ, ਚੁੱਪ ਚੁੱਪ ਹੈ, ਗੇਟ ਕਿਉਂ ਬੰਦ ਹੈ? ਕਹਿੰਦੇ ਜੀ ਉਹ ਚੜਾਵੇ ਦੇ ਚੱਕਰ 'ਚ ਬੰਦ ਕਰਕੇ ਮਸੰਦ ਘਰਾਂ ਨੂੰ ਚਲੇ ਗਏ। ਮਰ ਕਹਿੰਦੇ ਅੱਛਾ, ਕੁਝ ਨਹੀਂ ਆਖਿਆ। ਆਪ ਦਾ ਜਿੰਨੀ ਹਾਜ਼ਰੀ ਭਰਨੀ ਸੀ ਥੜੇ ਸਾਹਿਬ ਚੌਂਕੜਾ ਮਾਰ ਕੇ ਮੂਲ ਮੰਤਰ ਦੇ ਪਾਠ ਰੱਬ ਰੱਬ ਕਰਕੇ ਉੱਥੋਂ ਵੇਰ ਕੇ ਜਾ ਕੇ ਬੈਠ ਕੇ ਬੱਲੇ ਵੇਰ ਕੇ ਬੱਲਾ ਸਾਹਿਬ ਮੇਲਾ ਲੱਗਦਾ। ਫਿਰ ਅੰਮ੍ਰਿਤਸਰ ਦੀਆਂ ਸੰਗਤਾਂ ਨੂੰ ਪਤਾ ਚੱਲਿਆ, ਮਾਈਆਂ ਬੀਬੀਆਂ ਪ੍ਰਸ਼ਾਦ ਪਾਣੀ ਤਿਆਰ ਕਰਕੇ ਗੁਰੂ ਸਾਹਿਬ ਲਈ ਬੱਲੇ ਸਾਹਿਬ ਪਹੁੰਚੀਆਂ। ਤਾਂ ਮਹਾਰਾਜ ਨੇ ਆਖਿਆ ਵੀ ਮਾਈਆਂ ਰੱਬ ਰਜਾਈਆਂ ਤੇ ਮਸੰਦਾਂ ਨੂੰ ਸਰਾਬ ਹੋਇਆ। ਨੈ ਮਸੰਦ ਇਹ ਅੰਮ੍ਰਿਤ ਸਰੀਏ, ਤ੍ਰਿਸ਼ਨਾ ਗਨ ਕੇ ਅੰਦਰ ਸੜੀਏ। ਸੋਚਿਆ ਵੀ ਇੱਥੇ ਵੀ ਮੂਰਖ ਹੀ ਨੇ, ਚਲੋ ਚੱਲੀਏ। ਅਨੰਦਪੁਰ ਸਾਹਿਬ ਨੂੰ ਮੂੰਹ ਕੀਤਾ। ਕੀਰਤਪੁਰ ਸਾਹਿਬ ਜਦ ਪਹੁੰਚੇ, ਉੱਥੇ ਸ਼ਰੀਕਾਂ ਨੂੰ ਫਿਕਰ ਪੈ ਗਿਆ ਵੀ ਲਓ ਇਹ ਬਾਬਾ ਕਿੱਥੋਂ ਆ ਗਿਆ? ਚੰਗਾ ਭਲਾ ਇੱਥੋਂ ਗਿਆ ਸੀ ਆਪਦੇ ਨਾਨਕੇ ਬਾਬੇ ਬਕਾਲੇ, ਫਿਰ ਕਿਵੇਂ ਕਿੱਥੋਂ ਆ ਗਿਆ? ਇਹ ਵੀ ਸਾਡੀ ਪੂਜਾ ਘਟਾਊਗਾ। ਮੈਨੇ ਸੋਚਿਆ ਵੀ ਇਹ ਵੀ ਫਿਕਰਮੰਦ ਹੋ ਗਏ, ਇੱਥੇ ਵੀ ਰਹਿਣਾ ਠੀਕ ਨਹੀਂ, ਉੱਥੋਂ ਵੀ ਕਿਨਾਰਾ ਕਰ ਗਏ। ਸ੍ਰੀ ਅਨੰਦਪੁਰ ਸਾਹਿਬ ਜੋ ਮੱਖਣ ਸ਼ਾਹ ਲੁਬਾਣੇ ਨੇ ਗੁਰੂ ਸਾਹਿਬ ਨੂੰ ਮਾਇਆ ਭੇਟਾ ਕੀਤੀ, ਹੋਰ ਸੰਗਤਾਂ ਦੀ ਪੂਜਾ ਹੋਈ। ਸਾਹਿਬਾਂ ਦਾ ਸੁਭਾਅ ਸੀਗਾ ਕਿ ਉਹ ਜਮ੍ਹਾਂ ਨਹੀਂ ਸਨ ਕਰਦੇ। ਉਹ ਮਹਾਰਾਜ ਨੇ ਬਿਲਾਸਪੁਰ ਦੀ ਵਿਧਵਾ ਰਾਣੀ ਨੂੰ ਪੈਸੇ ਦੇ ਕੇ ਆਪਦੀ ਮੁੱਲ ਖਰੀਦੀ ਜ਼ਮੀਨ ਦੇ ਉੱਪਰ। ਸਾਧ ਸੰਗਤ ਜੀ, ਉਹ ਚੱਕ ਮਾਤਾ ਨਾਨਕੀ ਜੀ, ਆਪ ਜੀ ਦੇ ਮਾਤਾ ਨਾਨਕੀ ਜੀ ਦੇ ਨਾਮ ਤੇ ਸ੍ਰੀ ਅਨੰਦਪੁਰ ਸਾਹਿਬ ਦਾ ਪਹਿਲਾ ਨਾਮ ਰੱਖਿਆ, ਨਗਰ ਵਸਾਇਆ, ਸੰਗਤਾਂ ਦੀ ਸਹੂਲਤ ਵਾਸਤੇ ਸਰਾਵਾਂ ਬਣਾਈਆਂ, ਗੁਰੂ ਕਾ ਲੰਗਰ ਚਲਾਇਆ। ਤੋ ਇੰਜ ਪਾਤਸ਼ਾਹ ਜੀ ਕਥਨ ਕਰਦੇ ਨੇ ਕਿ ਗੁਰਮੁਖ ਬੰਦੇ ਨੂੰ ਜਦ ਪਤਾ ਲੱਗ ਜਾਂਦਾ ਵੀ ਇਹ ਤਾਂ ਸਿਰ ਪਾੜੂਗਾ ਜੇ ਇਹਨੂੰ ਆਖਿਆ, ਤੇ ਮਹਾਰਾਜ ਕੁਛ ਨਹੀਂ ਆਂਦੇ, ਆਪ ਦਾ ਕਿਨਾਰਾ ਕਰ ਜਾਂਦੇ, ਪਾਸਾ ਵੱਟ ਜਾਂਦੇ। ਇਹ ਗੁਰਮੁਖਾਂ ਦਾ ਕੰਮ ਹੈ। ਜਿਹੜਾ ਬੰਦਾ ਹੈ ਹੀ ਕਮਲਾ, ਕਮਲੇ ਨਾਲ ਸਿਰ ਭਲਾ ਕੀ ਅਡਾਉਣਾ ਹੋਇਆ? ਤੁਸੀਂ ਦੱਸੋ। ਉਹ ਤਾਂ ਪਹਿਲਾਂ ਹੀ ਕਮਲਾ। ਜਿਹੜਾ ਸਿਰ ਅਡਾਊਗਾ, ਝਗੜਾ ਕਰੂਗਾ, ਉਹਨੂੰ ਵੀ ਦੁਨੀਆ ਕਹੂ ਵੀ ਇਹ ਵੀ ਕਮਲਾ ਹੈ। ਜਿਹੜੇ ਗੁਰਮੁਖ ਹੁੰਦੇ ਨੇ, ਸਾਧੂ ਸੰਤ ਹੁੰਦੇ ਹਨ। ਸੋ ਗੁਰੂ ਤੇਗ ਬਹਾਦਰ ਮਹਾਰਾਜ ਦਾ ਸੁਭਾਅ ਵੇਖੋ। ਜਿਵੇਂ ਮੈਂਟਲ ਹੌਸਪੀਟਲ ਦੇ ਵਿੱਚ ਕਮਲੇ ਬੰਦੇ ਕੁਰਸੀਆਂ ਮੇਜ਼ ਚੁੱਕ ਚੁੱਕ ਡਾਕਟਰ ਦੇ ਸਿਰ 'ਚ ਵੀ ਮਾਰਦੇ, ਜਿਹੜਾ ਉਹਦਾ ਇਲਾਜ ਕਰਨ ਆਉਂਦਾ। ਤੋ ਇੰਜ ਵੈਦ ਹਕੀਮਾਂ ਦੀ ਤਰ੍ਹਾਂ ਗੁਰੂ ਸਾਹਿਬ ਜੀ ਵੀ ਬੇਦਬੀ ਕਰਦੇ, ਸਾਧੂ ਸੰਤਾਂ ਨੂੰ ਹੀ ਬੁਰਾ ਭਲਾ ਆਂਦੇ। ਜਿਹੜੇ ਗੁਰਮੁਖ ਨੇ, ਜਿਨ੍ਹਾਂ ਦਾ ਵਸ ਨਹੀਂ ਚੱਲਦਾ ਜਾਂ ਸੁਭਾਅ ਗੁਰਮੁਖਤਾਈ ਵਾਲਾ, ਉਹ ਆਪ ਦਾ ਕਿਨਾਰਾ ਕਰ ਜਾਂਦੇ। ਧੰਨ ਗੁਰੂ ਗੋਬਿੰਦ ਸਿੰਘ ਜੀ ਨੇ ਸ਼ਸਤਰ ਹੱਥ ਵਿੱਚ ਫੜਾਏ ਨੇ। ਹਰੇਕ ਬੰਦੇ ਦਾ ਇੰਨਾ ਜੀਰਾ ਨਹੀਂ ਹੁੰਦਾ। ਤੋ ਜਿਹੜਾ ਆਪ ਦੀ ਤਾਂ ਬੇਦਬੀ ਕੋਈ ਸਾਰ ਲੈਂਦਾ, ਪਰ ਜਿਹੜਾ ਗੁਰੂ ਸਾਹਿਬ ਦੇ ਉੱਪਰ ਜਾਂ ਸੰਗਤ ਦੇ ਵਾਰ ਕਰੇ ਤਾਂ ਮਾਰੇ ਕਹਿੰਦੇ ਸੰਤਨ ਦੁੱਖ ਪਾਏ ਤੇ ਦੁਖੀ, ਸੁਖ ਪਾਏ ਸਾਧਨ ਕੇ ਸੁਖੀ। ਉਹ ਵਾਹਿਗੁਰੂ ਪਰੇਸ਼ਾਨ ਹੋ ਜਾਂਦਾ, ਫਿਰ ਆਪ ਖੁਦ ਉਹਨਾਂ ਦਾ ਪ੍ਰਬੰਧ ਕਰਦਾ ਹੈ। ਹਰੇਕ ਬੰਦੇ ਦਾ ਟਾਈਮ ਹੁੰਦਾ, ਮੂਰਖਾਂ ਦਾ ਵੀ ਕੁਝ ਟਾਈਮ ਹੁੰਦਾ।
ਜਦ ਹੱਦੋਂ ਮੰਨੇ ਟੱਪ ਜਾਏ, ਸਮਾਂ ਪੂਰਾ ਹੋ ਜਾਏ, ਫਿਰ ਉਹਨਾਂ ਨੂੰ ਰੱਬ ਆਪ ਸਾਂਭਦਾ ਹੈ। ਇਸ ਲਈ ਮੂਰਖ ਬੰਦਾ ਕੋਈ ਚੰਗਾ ਨਹੀਂ ਹੈ, ਜਾਂ ਉਹਦੇ ਕੰਮ ਚੰਗੇ ਨਹੀਂ ਨੇ, ਉਹਦੀ ਵੀ ਕੋਈ ਹੱਦ ਹੁੰਦੀ ਹੈ। ਇਸੇ ਪ੍ਰਕਾਰ ਗੁਰਮੁਖ ਹੋਏ ਸੋ ਕਰੇ ਵਿਚਾਰ। ਜੇਕਰ ਕੋਈ ਮੂਰਖ ਗੁਰਮੁਖ ਸੁਭਾਅ ਨੂੰ ਧਾਰਨ ਵਾਲਾ ਹੋਵੇ ਤੇ ਉਹ ਨਿਰਣਾ ਕਰ ਲਵੇ। ਇਸੇ ਪ੍ਰਕਾਰ ਆਤ ਪਿਆਰਾ ਪਵੈ ਖੂਹੇ। ਜੇਕਰ ਕੋਈ ਬਹੁਤਾ ਪਿਆਰਾ ਮੂਰਖ ਸੰਸਾਰ ਰੂਪੀ ਖੂਹ 'ਚ ਜਾਂ ਮੰਦ ਕਰਮ ਦੇ ਵਿੱਚ ਪ੍ਰਵਿਰਤ ਹੋਣ ਰੂਪੀ ਖੂਹ ਦੇ ਵਿੱਚ ਪੈ ਕੇ ਪਾਪ ਡਿੱਗਦਾ ਹੋਵੇ, ਤਾਂ ਉਸ ਦੀ ਬਾਬਤ ਕੋਈ ਉਪਾਅ ਕਰਨਾ ਚਾਹੀਦਾ ਹੈ। ਇਹੋ ਸੰਜਮ ਰਹਿ ਕਰਨਾ। ਕੋਈ ਨਾ ਕੋਈ ਉਪਾਅ ਕਰੋ, ਜਿਹੜਾ ਤੁਹਾਡਾ ਸੰਗੀ ਹੈ, ਜਿਹਨੂੰ ਤੁਸੀਂ ਜਾਣਦੇ ਹੋ, ਜਿਹਦੇ ਨਾਲ ਤੁਹਾਡਾ ਦਿਲੋਂ ਪਿਆਰ ਹੈ, ਉਹਨੂੰ ਸਮਝਾਓ। ਗੁਰਮੁਖ ਹੋਏ ਸੋ ਕਰੇ ਵਿਚਾਰ। ਜੇਕਰ ਉਹ ਸਮਝ ਜਾਏ, ਮੂਰਖ ਗੁਰਮੁਖ ਸੁਭਾਅ ਨੂੰ ਧਾਰਨ ਵਾਲਾ ਹੋਵੇ, ਤੇ ਉਹ ਵਿਚਾਰ ਨਿਰਣਾ ਕਰ ਲਵੇ। ਉਸ ਲਿਪਤੋ ਰਹਿਣਾ। ਫਿਰ ਗੁਰਮੁਖ ਜਨ ਦਾ ਫਰਜ਼ ਬਣਦਾ ਹੈ ਕਿ ਉਸ ਦਾ ਭਲਾ ਕਰ ਦੇਵੇ। ਰਾਮ ਰਾਏ ਨੇ ਮੂਰਖਾਂ ਵਾਲਾ ਕੰਮ ਕੀਤਾ, ਸਤਿਗੁਰੂ ਹਰਿ ਸਾਹਿਬ ਨੇ ਬਖਸ਼ਿਸ਼ਾਂ ਕੀਤੀਆਂ, ਸ਼ਕਤੀਆਂ ਦਿੱਤੀਆਂ, ਉਲਟਾ ਵਰਤ ਦਿੱਤੀਆਂ। ਫਿਰ ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਮਹਾਰਾਜ ਨਾਲ ਜਿਹੜਾ ਛੋਟਾ ਭਾਈ, ਇੱਕ ਤਾਂ ਬੱਚਾ ਉਵੇਂ ਹੀ ਰੱਬ ਹੁੰਦਾ, ਇੱਕ ਛੋਟਾ ਭਰਾ ਸੀਗਾ, ਤੇ ਪਰ ਮਹਾਰਾਜ ਨਾਲ ਵੈਰ ਕਮਾਇਆ। ਤੇ ਫਿਰ ਗੁਰੂ ਸਾਹਿਬ ਨੇ ਵੀ ਬਚਨ ਛੱਡ ਦਿੱਤੇ ਵੀ ਜੋ ਮਰਜ਼ੀ ਕਰ ਲੈ, ਨਾ ਤਾਂ ਤੇਰੇ ਔਲਾਦ ਹੋਣੀ ਹੈ, ਕਿਉਂਕਿ ਕੁਛ ਵੀ ਇਨਸਾਨ ਕਰਦਾ ਆਪਦੀ ਔਲਾਦ ਖਾਤਰ ਕਰਦਾ, ਤੇ ਤੂੰ ਤਾਂ ਗੁਰੂ ਭਲਾ ਕੀ ਬਣਨਾ, ਤੇਰੇ ਬੱਚਾ ਹੀ ਨਹੀਂ ਹੋਣਾ, ਫਿਰ ਕਾਹਦੇ ਵਾਸਤੇ ਤੂੰ ਇਸ ਤਰ੍ਹਾਂ ਕਰ ਰਿਹਾ। ਪਹਿਲੀ ਗੱਲ। ਦੂਸਰੀ, ਮਹਾਰਾਜ ਨੇ ਇਹ ਗੱਲ ਕੀਤੀ, ਇਹ ਸ਼ਰਾਬ ਦੋ ਤਾਂ ਦਿੱਤੇ ਕਿ ਕੋਈ ਸਮਝੇ ਨਾ ਕਿ ਗੁਰੂ ਹਰਿ ਸਾਹਿਬ ਜੀ ਐਵੇਂ ਨਿਆਣੇ ਨੂੰ ਗੱਦੀ ਦੇ ਕੇ ਚਲੇ ਗਏ, ਜਿਨ੍ਹਾਂ ਵਿੱਚ ਸ਼ਕਤੀ ਕੋਈ ਨਹੀਂ ਸੀਗੀ। ਤੇ ਮਹਾਰਾਜ ਸੱਚੇ ਪਾਤਸ਼ਾਹ ਨੇ ਕਿਹਾ ਤੂੰ ਜਿਉਂਦਾ ਸੜ ਕੇ ਮਰੇਗਾ, ਮਤਲਬ ਸੜ ਜਾਣਾ ਈਰਖਾ ਵਿੱਚ। ਇਸੇ ਤਰ੍ਹਾਂ ਈਰਖਾ 'ਚ ਜ਼ਿੰਦਗੀ ਪਰ ਸੜਦਾ ਰਹੇਗਾ, ਤੇ ਜਦ ਮੌਤ ਆਏਗੀ ਤੈਨੂੰ ਆਪ ਨੂੰ ਵੀ ਲੋਕਾਂ ਦੀਆਂ ਤਾਂ ਗੱਲਾਂ ਦੱਸਦਾ ਬਣਾ ਬਣਾ ਕੇ, ਆਹ ਹੋਣਾ ਤੇ ਉਹ ਹੋਣਾ, ਇੰਜ ਨਹੀਂ ਤੇ ਉਂਝ ਹੈ, ਬੜੀਆਂ ਤੇਰੇ 'ਚ ਸ਼ਕਤੀਆਂ ਨੇ, ਬੜਾ ਤੂੰ ਵੱਡਾ ਬਣਿਆ ਫਿਰਦਾ। ਜਦ ਤੇਰੀ ਮੌਤ ਆਊਗੀ ਤੈਨੂੰ ਆਪਦੀ ਮੌਤ ਦਾ ਪਤਾ ਨਹੀਂ ਲੱਗੂਗਾ, ਜਿਉਂਦਾ ਸੜ ਕੇ ਮਰੇਗਾ। ਇਹ ਦੋ ਸ਼ਰਾਬ ਮਹਾਰਾਜ ਦੇ ਪੂਰੇ ਹੋਏ। ਠੀਕ ਹੈ, ਕੰਮ ਮੂਰਖਾਂ ਵਾਲਾ ਸੀਗਾ। ਛੋਟੇ ਭਾਈ ਨਾਲ ਜਾਂ 8ਵੇਂ ਪਾਤਸ਼ਾਹ ਨਾਲ ਈਰਖਾ ਕਰਨੀ, ਮਹਾਰਾਜ ਦੀ ਨਿੰਦਿਆ ਕਰਨੀ, ਗੁਰੂ ਸਾਹਿਬ ਨਾਲ ਵੈਰ ਕਰਨਾ, ਤੇ ਪਰ ਉਹ ਜਣੇ ਫਿਰ ਵੀ ਬੰਦਾ ਤਾਂ ਆਪਣਾ ਹੀ ਹੈ ਨਾ, ਗੁਰਦੁਆਰੇ ਦਾ ਹੀ ਹੈ। ਮੱਤ ਤਾਂ ਕਿਸੇ ਵੀ ਬੰਦੇ ਦੀ ਮਾਰੀ ਜਾ ਸਕਦੀ ਹੈ। ਤੋ ਸਤਿਗੁਰੂ ਗੁਰੂ ਗੋਬਿੰਦ ਸਿੰਘ ਸਾਹਿਬ ਕਲਗੀਧਰ ਪਾਤਸ਼ਾਹ ਜੀ ਨੂੰ ਸੁਨੇਹਾ ਭੇਜਿਆ, ਕਹਿੰਦਾ ਮਹਾਰਾਜ ਹੁਣ ਮੈਂ ਬੁੱਢਾ ਬੰਦਾ ਬਣ ਗਿਆ, ਮੇਰੀ ਉਮਰ ਵਿਹਾ ਗਈ, ਵੀ ਮੈਨੂੰ ਪਛਤਾਵਾ ਹੋ ਰਿਹਾ ਵੀ ਮੈਂ ਬਹੁਤ ਗਲਤ ਕੰਮ ਕੀਤਾ, ਤੇ ਮੈਂ ਤੁਹਾਨੂੰ ਮਿਲਣਾ ਚਾਹੁੰਦਾ ਹਾਂ। ਪਰ ਇੱਕ ਜ਼ਰੂਰੀ ਬੇਨਤੀ ਹੈ ਵੀ ਸਾਰਿਆਂ ਦੇ ਸਾਹਮਣੇ ਆਇਆ, ਲੋਕ ਮੈਨੂੰ ਗੁਰੂ ਆਂਦੇ ਨੇ, ਇਹ ਬੜੇ ਵਿਗੜੇ ਹੋਏ ਲੋਕ ਨੇ ਜਿਹੜੇ ਮੈਨੂੰ ਮੰਨਦੇ ਨੇ, ਇਹ ਮੇਰੀ ਨਿੰਦਿਆ ਕਰਨਗੇ ਵੀ ਵੇਖੋ ਕਿੱਡਾ ਵੱਡਾ ਬਾਬਾ ਬਣ ਗਏ, ਕਿੱਡੀ ਵੱਡੀ ਉਮਰ ਵਾਲਾ ਬੁੱਢਾ ਤੇ ਇੱਕ ਨਿਆਣੇ ਦੇ ਪੈਰੀਂ ਪੈ ਰਿਹਾ। ਮਤਲਬ ਗੁਰੂ ਗੋਬਿੰਦ ਸਿੰਘ ਜੀ ਛੋਟੇ ਹੀ ਸੀ ਉਮਰ ਦੇ ਵਿੱਚ। ਤੋ ਮਹਾਰਾਜ ਮੈਨੂੰ ਇਸ ਤਰ੍ਹਾਂ ਸ਼ਰਮ ਆਉਂਦੀ ਹੈ ਪ੍ਰਤੱਖ ਆਉਂਦਿਆਂ ਹੋਇਆ, ਤੁਸੀਂ ਕੋਈ ਪ੍ਰਬੰਧ ਕਰੋ, ਮੈਨੂੰ ਇਕੱਲਿਆਂ ਨੂੰ ਮਿਲੋ ਜਿੱਥੇ ਬਹੁਤੇ ਬੰਦੇ ਨਾ ਹੋਣ, ਤੇ ਤੁਹਾਡੇ ਵੀ ਬੰਦੇ ਮੈਨੂੰ ਨਾ ਵੇਖਣ। ਸੱਚੇ ਪਾਤਸ਼ਾਹ ਦੇ ਮਨ ਮਿਹਰ ਪਈ। ਮਹਾਰਾਜ ਨੇ ਸੋਚਿਆ ਵੀ ਕੋਈ ਬਾਤ ਨਹੀਂ, ਵੀ ਹੈ ਤਾਂ ਗੁਰੂ ਘਰ ਦਾ ਹੀ ਤੇ ਸਾਡਾ ਸੰਬੰਧੀ ਆ, ਤੇ ਚਲੋ ਮਿਲਣ ਦਾ ਤਾਂ ਕੋਈ ਹਰਜ ਨਹੀਂ, ਨੂੰ ਪੁੱਛੀਏ ਤਾਂ ਸਹੀ ਕਿ ਤੇਰੇ ਮਨ ਦੀ ਕੀ ਅਵਸਥਾ ਹੈ, ਹੁਣ ਤੂੰ ਕੀ ਚਾਹੁੰਦਾ ਹੈ। ਤਾਂ ਗੁਰੂ ਸਾਹਿਬ ਜੀ ਉਹਨਾਂ ਨੇ ਸੁਨੇਹਾ ਭੇਜਿਆ, ਜੋ ਭਾਈ ਗੁਰਦਾਸ ਜਿਹੜਾ ਆਪਣਾ, ਇੱਕ ਤਾਂ ਭਾਈ ਗੁਰਦਾਸ ਸਾਹਿਬ ਗੁਰੂ ਅਰਜਨ ਸਾਹਿਬ ਜੀ ਦੇ ਮਾਮਾ ਜੀ ਹੋਏ ਨੇ,
ਤੇ ਇੱਕ ਉਹ ਹੋਏ ਨੇ ਜਿਨ੍ਹਾਂ ਨੇ 10ਵੇਂ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਮਹਾਰਾਜ ਦੀ ਵਾਰ ਲਿਖੀ ਹੈ, ਵਾਹੂ ਵਾਹੂ ਗੋਬਿੰਦ ਸਿੰਘ ਆਪੇ ਗੁਰ ਚੇਲਾ। ਤੇ ਇਹ ਜਿਹੜਾ ਗੁਰਦਾਸ ਸੀਗਾ ਇਹ ਭਾਈ ਬਹਿਲੋ ਕੀ ਗੁਰਦਾਸ ਸੀਗਾ। ਗੁਰੂ ਹਰਿ ਸਾਹਿਬ ਨੇ ਇਸ ਮਸੰਦ ਨੂੰ ਸ਼ੁਰੂ ਤੋਂ ਹੀ ਜਦ ਕੀਰਤਪੁਰ ਸਾਹਿਬ ਤੋਂ ਦਿੱਲੀ ਭੇਜਿਆ ਤਾਂ ਰਾਮ ਰਾਏ ਦੇ ਨਾਲ ਸੇਵਕ ਬਣਾ ਕੇ ਭੇਜਿਆ ਸੀ। ਇਹ ਭਾਈ ਬਹਿਲੋ ਕੀ ਗੁਰਦਾਸ ਗੁਰਮੁਖ ਬੰਦਾ ਸੀਗਾ। ਮਹਾਰਾਜ ਨੇ ਸੁਨੇਹਾ ਭੇਜਿਆ ਇਹਦੀ ਰਾਹੀਂ ਵੀ ਜਾ ਕੇ ਆਪਦੇ ਗੁਰੂ ਨੂੰ ਕਹਿ ਦਿਓ ਵੀ ਜੇ ਤੂੰ ਮਿਲਣਾ ਚਾਹੁੰਦਾ ਤੇ ਜਮਨਾ 'ਚ ਆ ਜਾ, ਮੈਂ ਵੀ ਬੇੜੀ ਵਿੱਚ ਆਵਾਂਗਾ ਸੈਰ ਕਰਨ ਦੇ ਬਹਾਨੇ, ਤੂੰ ਵੀ ਉੱਧਰੋਂ ਬੇੜੀ 'ਚ ਆ ਜਾਈਂ ਤੇ ਜਮਨਾ ਦੇ ਵਿਚਕਾਰ ਸਾਡਾ ਮੇਲ ਹੋਏਗਾ। ਮੇਰੇ ਬੰਦੇ ਵੀ ਕਿਨਾਰੇ ਤੇ ਰਹਿਣਗੇ, ਤੇਰੇ ਬੰਦੇ ਵੀ ਕਿਨਾਰੇ ਤੇ ਰਹਿਣਗੇ, ਆਪਾਂ ਇਕੱਲੇ ਮਿਲਾਂਗੇ, ਜਿਹੜੀ ਗੱਲ ਕਰਨੀ ਤੂੰ ਕਰ ਲੈ। ਇਉਂ ਸਤਿਗੁਰ ਸਭਨਾਂ ਦਾ ਭਲਾ ਮਨਾਈਂਦਾ ਤੇ ਇਸ ਦਾ ਬੁਰਾ ਕਿਉਂ ਹੋਏ। ਮਹਾਰਾਜ ਨੇ ਆਪਦੇ ਮਨ 'ਚ ਵੈਰ ਨਹੀਂ ਰੱਖਿਆ। ਜਿਹੜਾ ਕੋਈ ਸ਼ਰਨ ਆਏ ਉਹਨੂੰ ਬਖਸ਼ਣ ਦਾ ਮੱਧ ਵੀ ਸੀ ਗੁਰੂ ਸਾਹਿਬ ਦੇ ਵਿੱਚ, ਬਹੁਤ ਵੱਡਾ ਦਿਲ ਸੀਗਾ ਮਹਾਰਾਜ ਦਾ। ਜਮਨਾ ਦੇ ਵਿੱਚ ਮਿਲੇ, ਮਹਾਰਾਜ ਕਹਿੰਦੇ ਹਾਂ ਦੱਸੋ। ਸਤਿ ਸ੍ਰੀ ਅਕਾਲ, ਸਤਿ ਸ੍ਰੀ ਅਕਾਲ। ਕਹਿੰਦੇ ਜੀ ਗਲਤੀ ਹੋਈ, ਬਹੁਤ ਵੱਡੀ ਹੋਈ, ਗੁਰੂ ਘਰ ਨਾਲ ਵੈਰ ਕਮਾਇਆ। ਗੁਰੂ ਹਰਿ ਸਾਹਿਬ ਨੇ ਮੈਨੂੰ ਗੱਦੀ ਤੋਂ ਖਾਰਜ ਕੀਤਾ ਮਹਾਰਾਜ ਦਾ, ਸੋ ਮੇਰੇ ਤੇ ਇਹ ਗੁੱਸਾ ਹੋਇਆ, ਕ੍ਰੋਧ ਹੋਇਆ। ਮਹਾਰਾਜ ਦੀ ਮੈਂ ਨਾਰਾਜ਼ਗੀ ਲਈ। ਉਸ ਵਕਤ ਸਾਹਿਬਾਂ ਦੀ ਖੁਸ਼ੀ ਨਹੀਂ ਹੋਈ। ਫਿਰ 8ਵੇਂ ਪਾਤਸ਼ਾਹ ਖੁਦ ਭਗਵਾਨ ਗੱਦੀ ਦੇ ਮਾਲਕ ਬਣੇ, ਉਹਨਾਂ ਨਾਲ ਵੈਰ ਕਮਾਇਆ। ਤੁਸੀਂ ਉਸੇ ਹੀ ਗੱਦੀ ਦੇ ਮਾਲਕ ਹੋ ਜਿਸ ਗੱਦੀ ਨੇ ਮੈਨੂੰ ਸਰਾਪਿਆ ਹੋਇਆ, ਆਪ ਕਿਰਪਾ ਕਰੋ, ਮੈਨੂੰ ਬਖਸ਼ ਲਓ ਜੀ, ਮੇਰੀ ਗਲਤੀ ਮਾਫ ਕਰੋ ਜੀ, ਪਰਲੋਕ 'ਚ ਮੇਰਾ ਭਲਾ ਹੋਏ। ਸੱਚੇ ਪਾਤਸ਼ਾਹ ਕਹਿੰਦੇ ਜੇ ਤੇਰੀ ਮਾਨਸਿਕ ਅਵਸਥਾ ਨਿਮਰਤਾ ਵਾਲੀ ਹੈ, ਸ਼ਰਧਾ ਭਾਵਨਾ ਵਾਲੀ ਹੈ, ਤੇ ਅਸੀਂ ਤੈਨੂੰ ਤਾਂ ਬਖਸ਼ ਲੈਂਦੇ ਹਾਂ ਰਾਮ ਰਾਏ ਜੀ। ਤੇ ਪਰ ਉਹ ਜਿਹੜੇ ਕੰਢੇ ਤੇ ਖੜੇ ਨੇ ਤੇਰੇ ਬੰਦੇ, ਉਹਨਾਂ ਵੇਖਿਆ ਵੀ ਇਹ ਤਾਂ ਗੁਰੂ ਗੋਬਿੰਦ ਸਿੰਘ ਦੇ ਦਰਸ਼ਨ ਕਰ ਰਿਹਾ, 2-4 ਤਾਂ ਨਾਲ ਆਈ ਹੋਣਗੇ। ਉਹਨਾਂ ਮਹਾਰਾਜ ਵੱਲ ਪਿੱਠ ਘੁਮਾ ਲਈ, ਬੇਮੁਖ ਹੋ ਗਏ। ਕਹਿੰਦੇ ਤੇਰੀ ਸੰਗਤ ਭੂਤਨੀ ਹੋਵੇ, ਚੰਗੀ ਭਲੀ ਖੜੀ ਪਿੱਠ ਕਰਕੇ ਖੜੀ, ਬੇਮੁਖ ਹੋ ਗਏ। ਜੇ ਕੋ ਗੁਰ ਤੇ ਬੇਮੁਖ ਹੋਵੇ, ਬਿਨ ਸਤਿਗੁਰ ਮੁਕਤ ਨਾ ਪਾਵੇ। ਪਾਵੇ ਮੁਕਤ ਨਾ ਹੋਰ ਥੇ ਕੋਈ, ਪੁੱਛੋ ਬਵੇਕੀਆਂ ਜਾਏ, ਅਨੇਕ ਜੂਨੀ ਭਰਮ ਆਵੇ। ਬਿਨ ਸਤਿਗੁਰ ਮੁਕਤ ਨਾ ਪਾਏ, ਕਹੇ ਨਾਨਕ ਵਿਚਾਰ ਦੇਖੋ, ਬਿਨ ਸਤਿਗੁਰ ਮੁਕਤ ਨਾ ਪਾਏ। ਰਾਮ ਰਾਏ ਬਾਬਾ ਜੀ ਤੂੰ ਤਾਂ ਬਖਸ਼ਿਆ ਗਿਆ। ਗੁਰੂ ਨਾਨਕ ਸਾਹਿਬ ਦੇ ਚਰਨਾਂ 'ਚ ਮੈਂ ਅਰਦਾਸ ਕਰਦਾ ਕਿ ਮਹਾਰਾਜ ਤੈਨੂੰ ਬਖਸ਼ ਲੈ, ਪਰ ਜਿਹੜੀ ਤੇਰੀ ਸੰਗਤ ਹੈ ਉਹ ਨਹੀਂ ਬਖਸ਼ੀ ਜਾਊਗੀ, ਉਹ ਭੂਤ ਨਹੀਂ ਰਹੂਗੀ। ਤੋ ਇੰਜ ਮਹਾਰਾਜ ਕਥਨ ਕਰਦੇ ਨੇ ਕਿ ਜੇਕਰ ਕੋਈ ਮੂਰਖ ਗੁਰਮੁਖ ਸੁਭਾਅ ਨੂੰ ਧਾਰਨ ਵਾਲਾ ਹੋਵੇ ਤੇ ਉਹ ਨਿਰਣਾ ਕਰ ਲਏ ਵੀ ਮੈਂ ਕੰਮ ਮੂਰਖਾਂ ਵਾਲਾ ਕੀਤਾ ਪਿੱਛੇ, ਫਿਰ ਗੁਰਮੁਖ ਜਨੋਂ ਦਾ ਭਲਾ ਕਰ ਦੇਵੇ, ਇਹਦੇ 'ਚ ਕੋਈ ਗੁਨਾਹ ਨਹੀਂ, ਕੋਈ ਪਾਪ ਨਹੀਂ ਹੈ। ਪਾਪ ਨੂੰ ਸੰਸਾਰ ਉਸ ਖੂਹ 'ਚ ਡਿੱਗਦੇ ਹੋਏ ਨੂੰ ਕੱਢ ਲਵੇ, ਇਹ ਗੁਰਮੁਖਾਂ ਦਾ ਸਾਧੂ ਸੰਤਾਂ ਦਾ ਕੰਮ ਹੈ। ਲੇਕਿਨ ਜੇਕਰ ਮੂਰਖ ਪੁਰਖ ਗੁਰਮੁਖ ਜਨ ਨੂੰ ਵੀ ਵਿੱਚੇ ਡੋਬਣਾ ਚਾਹੇ, ਭਲਾ ਕਰਨ ਦਾ ਵੀ, ਭਲਾ ਕਰਨ ਵਾਲੇ ਦਾ ਵੀ ਬੁਰਾ ਕਰੇ, ਤਾਂ ਫਿਰ ਮਹਾਰਾਜ ਕਥਨ ਕਰਦੇ ਹਨ ਉਸ ਅਲਿਪਤੋ ਰਹਿਣਾ, ਉਹਦੇ ਤੋਂ ਨਿਰਲੇਪ ਰਹਿਣਾ ਚਾਹੀਦਾ ਹੈ। ਪਤਾ ਹੈ ਕਿ ਨਹੀਂ ਮੇਰਾ ਨੁਕਸਾਨ ਕਰਨਾ, ਉਹਦੇ ਤੋਂ ਕਿਨਾਰਾ ਕਰ ਜਾਓ। ਪਾਪ ਉਹਦਾ ਬਹੁਤਾ ਭਲਾ ਕਰਨ ਦੀ ਲੋੜ ਨਹੀਂ ਹੈ। ਇਸ ਤਰ੍ਹਾਂ ਸਮਝੇ ਵੀ ਰੱਬ ਨੇ ਇਹਨੂੰ ਮਾਰ ਪਾਈ ਹੋਈ। ਦੁਨੀਆ ਤਾਂ ਗੁਰੂ ਨਾਨਕ ਸਾਹਿਬ ਕੋਲੋਂ ਨਹੀਂ ਸੁਧਰੀ, ਅਸੀਂ ਕੌਣ ਆ ਸੁਧਾਰਨ ਵਾਲੇ। ਕਿਉਂ ਸੁਧਾਰਨ ਦੇ ਚੱਕਰ 'ਚ ਨਹੀਂ ਪੈਣਾ ਚਾਹੀਦਾ, ਆਪ ਦਾ ਆਪ ਸੁਧਾਰੋ ਬਸ। ਸਤਿਨਾਮ ਵਾਹਿਗੁਰੂ ਕਰੋ, ਜੋ ਕੋਈ ਕਰਦਾ ਕਰੀ ਜਾਏ। ਉਹਦਾ ਬਹੁਤਾ ਭਲਾ ਕਰਨ ਲਈ ਉਹਦੇ ਮਗਰ ਨਾ ਦੌੜੋ, ਆਪਣੇ ਆਪ ਨੂੰ ਕਿਤੇ ਨਾ ਗਵਾ ਬੈਠਿਓ, ਤੋ ਆਪ ਦਾ ਆਪ ਸਾਂਭ ਕੇ ਰੱਖੋ। ਕਿਸੇ ਬੁਰੇ ਬੰਦੇ ਨਾਲ ਅਜਨਬੀ ਜਾਦੂ ਟੂਣੇ ਵਾਲੇ, ਜੰਤਰਾਂ ਮੰਤਰਾਂ ਵਾਲੇ, ਨਾ ਤਾਂ ਉਹਨਾਂ ਦੇ ਲਾਗੇ ਬੈਠੋ, ਨਾ ਉਹਨਾਂ ਦਾ ਪ੍ਰਸ਼ਾਦ ਲੈ ਕੇ ਖਾਓ, ਨਾ ਉਹਨਾਂ ਦੀ ਕੋਈ ਸੋਭਤ ਕਰੋ, ਕੋਈ ਉਹਨਾਂ ਦੀ ਵਡਿਆਈ, ਉਹਨਾਂ ਦੀ ਸੰਗਤ ਵਿੱਚ ਨਾ ਬਹੁ, ਹਮੇਸ਼ਾ ਦੂਰ ਰਹਿਣਾ ਕਰੋ। ਕਿਉਂਕਿ ਉਹਨਾਂ ਨੂੰ ਤਾਂ ਕੀ ਸੁਧਾਰਨਾ, ਕਿਤੇ ਸਾਨੂੰ ਹੀ ਪ੍ਰਸ਼ਾਦ ਦੇ ਕੇ ਤੇ ਚੰਗਿਆਂ ਭਲਿਆਂ ਨੂੰ ਨਾ ਕਿਤੇ ਵਿਗਾੜ ਦੇਣ, ਸਾਡਾ ਹੀ ਬੁਰਾ ਨਾ ਕਰ ਦੇਣ। ਮੈਨੂੰ ਤਾਂ ਜਿਹੜਾ ਵੀ ਕੋਈ ਆ ਕੇ ਆਪ ਦੀ ਪ੍ਰੋਬਲਮ ਦੱਸੇ, ਤੇ ਸਭ ਤੋਂ ਪਹਿਲਾਂ ਤਾਂ ਮੈਂ ਇਹੀ ਬੇਨਤੀ ਕਰਦਾ ਵੀ ਅੰਮ੍ਰਿਤ ਛਕਿਆ। ਪਹਿਲੀ ਗੱਲ ਜੇ ਨਾ ਛਕਿਆ ਹੋਵੇ ਫਿਰ ਤਾਂ ਚਲੋ
ਗਲਤੀ ਤਾਂ ਗਲਤੀ ਹੈ, ਅੰਮ੍ਰਿਤ ਛਕੋ, ਗੁਰੂ ਸਾਹਿਬ ਕਿਰਪਾ ਕਰਨਗੇ। ਜੇ ਕੋਈ ਕਹੇ ਵੀ ਅੰਮ੍ਰਿਤ ਵੀ ਛਕਿਆ ਜੀ, ਫਿਰ ਉਹਨੂੰ ਬੇਨਤੀ ਕੀਤੀ ਵੀ ਜਪਜੀ ਸਾਹਿਬ ਪੜ੍ਹਦਾ, ਜੇ ਤਾਂ ਨਹੀਂ ਪੜ੍ਹਦਾ ਫਿਰ ਪੜ੍ਹਨ ਦਾ ਭਲਾ ਹੋ ਜਾਊ। ਜਿਹੜਾ ਮੇਰੇ ਵਰਗਾ ਕਹੇ ਵੀ ਜਪਜੀ ਸਾਹਿਬ ਵੀ ਪੜ੍ਹਦਾ ਜੀ, ਫਿਰ ਪ੍ਰੋਬਲਮ ਕਿੱਥੇ ਖੜੀ ਹੋ ਗਈ? ਕਿਤੋਂ ਲੈ ਕੇ ਤਾਂ ਨਹੀਂ ਖਾਧਾ। ਇੱਕ ਖਾਣ ਤੋਂ ਤੇ 2 ਨੰਬਰ ਤੇ ਭੋਗਣ ਤੋਂ। ਜਿੰਨੀਆਂ ਬਿਮਾਰੀਆਂ ਨਾ 2 ਚੀਜ਼ਾਂ ਤੋਂ ਲੱਗਦੀਆਂ, ਆਪਦੀ ਜ਼ਬਾਨ ਨੂੰ ਬੰਦਾ ਰੋਕ ਲੈ, ਸਰੀਰ ਨੂੰ ਸਾਵਧਾਨ ਰੱਖੇ ਤਾਂ ਹਮੇਸ਼ਾ ਚੜ੍ਹਦੀ ਕਲਾ। ਕਿਸੇ 'ਚ ਕੋਈ ਤਾਕਤ ਨਹੀਂ ਵੀ ਉਹ ਬੰਦੇ ਨੂੰ ਡੇਗਦੇ। ਪਾਠ ਕਰਨਾ ਕਰੋ, ਨਹੀਂ ਕਰਨਾ ਨਾ ਕਰੋ, ਪਰ ਆਪਦੇ ਸਰੀਰ ਨੂੰ ਸਾਵਧਾਨ ਰੱਖੋ, ਚੜ੍ਹਦੀ ਕਲਾ 'ਚ ਰਹੋ। ਗੁਰੂ ਸਾਹਿਬ ਦੀ ਹਮੇਸ਼ਾ ਕਿਰਪਾ ਰਹੇਗੀ। ਜੋ ਹਮਰੀ ਪੁਨ ਰਹਿਤ ਸੋ ਰੱਖ, ਗੁਰਬਾਣੀ ਰਸ ਨਿਤ ਉਠ ਚੱਖ, ਮੈਂ ਤਾਂ ਕੇ ਸਦ ਰਹੂੰ ਸਹਾਇਕ, ਦੁਖ ਬਿਘਨ ਸਗਲੇ ਤਿਨ ਕਾਇ। ਸਾਨੂੰ ਤਾਂ ਸਾਡੀ ਮਾਂ ਨੇ ਜੰਮਦੇ ਸਮਝਾਇਆ ਵੀ ਕਾਕਾ ਸਕੂਲ ਜਾਣਾ, ਆਪਦਾ ਪਰੌਂਠਾ ਨਾਲ ਲਓ, ਗੰਢਾ ਚਾਰ ਸਬਜ਼ੀ ਭਾਜੀ ਜੋ ਘਰੋਂ ਦਿੱਤੀ ਹੈ ਇਹਨੂੰ ਹੀ ਖਾਣਾ ਹੈ, ਕਿਸੇ ਨਾਲ ਸ਼ੇਅਰ ਨਹੀਂ ਕਰਨਾ। ਅਗਲੇ ਦਾ ਕੀ ਪਤਾ ਕੀ ਲਿਆਂਦਾ ਤੇ ਕਿੱਥੋਂ। ਆਪਾਂ ਤਾਂ ਭੋਗ ਲਵਾ ਕੇ ਖਾਂਦੇ ਆ, ਮਹਾਰਾਜ ਦਾ ਨਾਮ ਲੈ ਕੇ, ਹੁਣ ਦੂਜੇ ਦਾ ਸਾਨੂੰ ਕੀ ਪਤਾ। ਲੋਕ ਹੱਥ ਥੋੜ੍ਹਾ ਧੋਂਦੇ ਨੇ, ਉਸ ਤਰ੍ਹਾਂ ਹੀ ਨਲੀ ਪੂੰਜੀ ਜਾਣਗੇ, ਉਸ ਤਰ੍ਹਾਂ ਹੀ ਸਭ ਕੁਛ, ਉਸ ਤਰ੍ਹਾਂ ਹੀ 4 ਝੱਥ ਮਾਰੀ ਜਾਣਗੇ, 4 ਵੀ ਝੂਠਾ, ਉਸ ਤਰ੍ਹਾਂ ਹੀ ਰੋਟੀ ਖਾਈ ਜਾਣਗੇ, ਉਸ ਤਰ੍ਹਾਂ ਹੀ ਸਬਜ਼ੀ ਪਾਈ ਜਾਣਗੇ। ਬੀਬੀ ਵੀ ਉਸ ਤਰ੍ਹਾਂ ਦੀ, ਨਿਆਣੇ ਨੂੰ ਕਹਿਣਾ ਕੁਛ ਨਹੀਂ, ਆਖੇ ਸਾਡਾ ਹੀ ਟੱਬਰ ਹੈ ਜੀ। ਜੇ ਕੋਈ ਬਾਹਰੋਂ ਕੋਈ ਬਾਬਾ ਹੀ ਮੰਗਣ ਆ ਜੇ ਤਾਂ ਸਿਆਣੀਆਂ ਮਾਈਆਂ ਹਮੇਸ਼ਾ ਬੱਚਿਆਂ ਨੂੰ ਦੂਰ ਰੱਖਦੀਆਂ ਵੀ ਕੀ ਪਤਾ ਕੋਈ ਮੰਗਤਾ ਹੀ ਆ ਜਾਏ, ਕੋਈ ਰੱਬ ਦਾ ਬੰਦਾ, ਫਿਰ ਕੀ ਆਖਾਂਗੇ। ਬਣਿਆ ਬਣਾਤਾ ਹੁੰਦਿਆਂ ਸੁਦਿਆਂ ਕਹੀਏ ਵੀ ਨਹੀਂ ਹੈ, ਕਾਰਨ ਕੀ ਹੈ ਵੀ ਝੂਠਾ ਹੈ। ਤੇ ਇਸ ਵਾਸਤੇ ਆਪ ਦਾ ਜੋ ਰਹਿਤ ਹੈ, ਰਹਿਣੀ ਰਹਿ ਸੋਈ ਸਿੱਖ ਮੇਰਾ, ਉਹ ਸਾਹਿਬ ਮੈਂ ਉਸਕਾ ਚੇਰਾ। ਰਹਿਤ ਬਿਨਾ ਨੇ ਸਿੱਖ ਕਹਾਵੇ, ਰਹਿਤ ਬਿਨਾ ਦਰ ਚੋਟਾਂ ਖਾਵੇ। ਉਹ ਸਿੱਖ ਕਾਹਦਾ ਹੋਇਆ ਜਿਹੜਾ ਰਹਿਤ ਹੀ ਨਹੀਂ ਰੱਖਦਾ। ਸਿੱਖ ਦਾ ਨਾਮ ਹੀ ਰਹਿਤ ਰੱਖਣ ਵਾਲੇ ਦਾ ਹੈ, ਨਾ ਤਾਂ ਨਿਤਨੇਮ ਹੈ ਤੇ ਨਾ ਹੀ ਰਹਿਤ ਹੈ। ਆਖੇ ਜੀ ਹਮੇ ਤਾਂ ਸਿੱਖਾਂ ਜੀ, ਹਮੇ ਤਾਂ ਸੇਵਾਦਾਰ ਹੈ ਜੀ, ਇਹ ਤਾਂ ਵਾਧੂ ਦਾ ਹੰਕਾਰ ਹੋਇਆ। ਜੋ ਹਮਰੀ ਪੁਨ ਰਹਿਤ ਸੋ ਰੱਖ, ਗੁਰਬਾਣੀ ਰਸ ਨਿਤ ਉਠ ਚੱਖ, ਮੈਂ ਤਾਂ ਕੇ ਸਦ ਰਹੂੰ ਸਹਾਇਕ, ਦੁਖ ਬਿਘਨ ਸਗਲੇ ਤਿਨ ਕਾਇ। ਗਲਤੀ ਤਾਂ ਗਲਤੀ ਹੈ, ਮੰਨਣੀ ਚਾਹੀਦੀ ਹੈ। ਗਲਤੀ ਕਰਕੇ ਵੀ ਜਿਹੜਾ ਨਾ ਮੰਨੇ ਸੋ ਬੰਦਾ ਮੂਰਖ ਹੈ। ਉਹਦਾ ਭਲਾ ਕਰਨ ਦੇ ਪਿੱਛੇ ਨਾ ਬਹੁ, ਆਪਣੇ ਆਪ ਨੂੰ ਗਵਾ ਬੈਠੋਗੇ। ਆਪ ਦਾ ਆਪ ਸੁਧਾਰੋ। ਹਰ ਨਾਮ ਜਪੈ ਆਪ ਉਧਰੈ। ਜੇ ਕੋਈ ਆਖੇ ਵੀ ਸਾਡੇ ਹੱਥਾਂ ਨੂੰ ਕੰਡੇ ਲੱਗੇ ਨੇ, ਆਖੇ ਜੀ ਮੈਨੂੰ ਭੁੱਖ ਹੀ ਨਹੀਂ ਹੈ, ਮੈਂ ਤਾਂ ਘਰੋਂ ਖਾ ਕੇ ਆਇਆ ਜੀ। ਜਿੰਨੀ ਮਰਜ਼ੀ ਭੁੱਖ ਲੱਗੀ ਹੋਏ, ਪਰ ਝੂਠ ਦੇ ਲਾਗੇ ਨਾ ਜਾਓ। ਤੇ ਇਸ ਵਾਸਤੇ ਕੋਈ ਵੀ ਚੀਜ਼ ਹੈ ਉਹਦਾ ਆਨਾ ਬਾਨਾ ਮਾਰ ਕੇ ਆਸਾ ਪਾਸਾ ਕਰ ਜਾਓ, ਅਗਲੇ ਨੂੰ ਜਣਾਓ ਹੀ ਨਾ। ਆਖੇ ਵੀ ਤੂੰ ਚੰਗਾ, ਤੇਰਾ ਸਭ ਕੁਛ ਹੀ ਚੰਗਾ ਭਰਾਵਾ, ਪਰ ਮੇਰੀ ਪ੍ਰੋਬਲਮ ਹੈ, ਇਹ ਚੀਜ਼ ਮੈਨੂੰ ਸੈੱਟ ਹੀ ਨਹੀਂ ਹੈ। ਤੋ ਇਸ ਤਰੀਕੇ ਦੇ ਨਾਲ ਆਨਾ ਬਾਨਾ ਕਰਕੇ ਪਾਸੇ ਹੋ ਜਾਓ। ਮਾਰੇ ਕਹਿੰਦੇ ਹਰ ਨਾਮ ਜਪੈ ਆਪ ਉਧਰੈ। ਜੋ ਹਰੀ ਪਰਮੇਸ਼ਰ ਦੇ ਨਾਮ ਨੂੰ ਮਨ ਕਰਕੇ ਜਪਦਾ, ਬਾਣੀ ਕਰਕੇ ਜਪਦਾ, ਸਰੀਰ ਕਰਕੇ ਜਪਦਾ ਹੈ, ਉਹ ਆਪ ਵੀ ਉਧਰ ਜਾਂਦਾ, ਮੁਕਤ ਹੋ ਜਾਂਦਾ ਹੈ। ਉਸ ਪਿੱਛੇ ਡੁੱਬਦੇ ਭੀ ਤਰਨਾ। ਉਸ ਦੇ ਪਿੱਛੇ ਲੱਗ ਕੇ ਸੰਸਾਰ ਸਮੁੰਦਰ ਵਿੱਚ ਡੁੱਬਦੇ ਹੋਏ ਦਾ ਵੀ ਤਰਨਾ ਹੁੰਦਾ ਹੈ। ਆਪ ਤਰੇ ਤਾਰੀਨ ਸ੍ਰਿਠਾ। ਧੰਨ 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 ਜਨ ਆਇਆ, ਜਿਸ ਪ੍ਰਸਾਦ ਸਭ ਜਗਤ ਰਾਇਆ। ਜਨ ਆਮਨ ਕਾ ਇਹ ਸੁਆਉ, ਜਨ ਕੈ ਸੰਗ ਜਿਤ ਆਵੇ ਨਾਉ। ਆਪ ਮੁਕਤ ਕਰੇ ਸੰਸਾਰ, ਨਾਨਕ ਤਿਸ ਜਨ ਕੋ ਸਦਾ ਨਮਸਕਾਰ। ਨਾਨਕ ਜੋ ਤਿਸ ਭਾਵੈ ਸੋ ਕਰੇ। ਸਤਿਗੁਰੂ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਦਾ ਤੀਜਾ ਸਰੂਪ ਸ੍ਰੀ ਗੁਰੂ ਅਮਰਦਾਸ ਜੀ ਕਥਨ ਕਰਦੇ ਨੇ ਕਿ ਜੋ ਕੁਝ ਤਿਸ ਪਰਮੇਸ਼ਰ ਨੂੰ ਭਾਉਂਦਾ ਹੈ ਉਹੀ ਕਰਦਾ ਸੀ।
ਪਾਸਟ ਟੈਂਸ ਉਹੀ ਕਰਦਾ ਹੈ, ਪ੍ਰੈਜ਼ੈਂਟ ਉਹੀ ਕਰੇਗਾ, ਫਿਊਚਰ ਤਿੰਨਾਂ ਸਮਿਆਂ ਦੇ ਵਿੱਚ ਉਹੀ ਸਰਬ ਕਲਾ ਸਮਰੱਥ। ਹੁਕਮ ਹੈ ਅੰਦਰ ਸਭ ਕੋ, ਬਾਹਰ ਹੁਕਮ ਨ ਕੋਏ। ਨਾਨਕ ਹੁਕਮ ਜੇ ਬੁਝੈ ਤਾਂ ਹਉਮੈ ਕਹਿ ਨ ਕੋਏ। ਜੋ ਦੇ ਸੋ ਸਹਿਣਾ। ਆਰੋ ਪਰਮੇਸ਼ਰ ਜੋ ਵੀ ਦੁੱਖ ਸੁੱਖ ਜੀਵ ਨੂੰ ਕਰਮਾਂ ਦੇ ਅਨੁਸਾਰ ਦਿੰਦਾ, ਉਸ ਨੂੰ ਸਹਾਰ ਨਾ ਕਰੇ। ਨਾ ਸਹਾਰੂਗਾ ਤਾਂ ਰੋ ਕੇ ਵੀ ਸਹਾਰਨਾ ਪਊਗਾ। ਇਸ ਲਈ ਦੁੱਖ ਸੁੱਖ ਨੂੰ ਇੱਕ ਬਰਾਬਰ ਸਹਾਰਨਾ ਕਰੇ। ਮਹਲਾ ਪਹਿਲਾ। ਪਹਿਲੇ ਪਾਤਸ਼ਾਹ ਧੰਨ ਧੰਨ ਸਤਿਗੁਰੂ ਨਾਨਕ ਦੇਵ ਸਾਹਿਬ ਜੀ ਬਖਸ਼ਿਸ਼ਾਂ ਰਹਿਮਤਾਂ ਵਰਤਾ ਰਹੇ ਹਨ। ਨਾਨਕ ਆਖੈ ਰੇ ਮਨਾ। ਮੈਂ ਪਹਿਲਾਂ ਹੀ ਬੇਨਤੀ ਕੀਤੀ ਸੀ ਵੀ ਮੂਰਖਾਂ ਦੀ ਨਿਸ਼ਾਨੀ ਕੀ ਆ। ਉਹ ਆਪਦੇ ਮਨ ਦੀ ਗੱਲ ਬਣਾਉਂਦੇ ਨੇ, ਦੂਸਰੇ ਦੇ ਉੱਪਰ ਵੀ ਥੋਪਦੇ ਹਨ। ਗੁਰੂ ਗ੍ਰੰਥ ਸਾਹਿਬ 'ਚ ਜੋ ਕੁਝ ਲਿਖਿਆ ਹੈ ਉਹਨੂੰ ਨਹੀਂ ਮੰਨਦੇ। ਆਮ ਹੀ ਮੂਰਖਾਂ ਦੀ ਕਹਾਵਤ ਹੈ। ਮੈਂ ਪਹਿਲਾਂ ਵੀ ਬੇਨਤੀ ਕਰ ਚੁੱਕਾ ਕਿ ਖਾਧਾ ਪੀਤਾ ਲਾਹੇ ਲਾ ਦਮ ਦਾ ਕੀ ਵਸਾ। ਆਖੇ ਜੀ ਕੋਈ ਨਰਕ ਨਹੀਂ, ਕੋਈ ਸਵਰਗ ਨਹੀਂ, ਜੋ ਕੁਛ ਹੈ ਇੱਥੇ ਹੀ ਇਨਸਾਨ ਨੇ ਭੋਗਣਾ ਹੈ ਤੇ ਆਪਦੀ ਮੌਜ ਮਾਣੋ। ਇਹ ਸਾਧੂ ਸੰਤਾਂ ਨੇ ਡਰਾਵੇ ਵਾਲੀਆਂ ਗੱਲਾਂ ਆਪਦੇ ਮਨ ਵਿੱਚੋਂ ਘੜੀਆਂ ਹੋਈਆਂ ਨੇ, ਇਸ ਲਈ ਉਹ ਪੁਨਰ ਜਨਮ ਵੀ ਨਹੀਂ ਮੰਨਦੇ। ਆਖੇ ਜੀ ਕੋਈ ਜਨਮ ਮਰਨ ਨਹੀਂ ਹੁੰਦਾ, ਇਹ ਤਾਂ ਐਵੇਂ ਗੱਲਾਂ ਹਨ। ਤੇ ਨਾ ਕੋਈ ਨਰਕ ਜਿਹਦੇ 'ਚ ਬੰਦੇ ਨੂੰ ਪੈਣਾ ਪੈਂਦਾ, ਨਾ ਕੋਈ ਸਵਰਗ ਹੈ। ਇਹ ਫਜ਼ੂਲ ਦੀਆਂ ਬਾਤਾਂ ਨੇ, ਮੂਰਖਾਂ ਦੀਆਂ ਗੱਲਾਂ ਨੇ। ਆਮ ਹੀ ਮੂਰਖ ਇਹ ਗੱਲ ਕਹਿੰਦੇ ਨੇ। ਮਾਰੇ ਕਹਿੰਦੇ ਨੇ ਵੀ ਇਹ ਤੁਹਾਨੂੰ ਮੈਂ ਕਹਿ ਰਿਹਾ। ਜੇ ਤਾਂ ਗੁਰੂ ਨਾਨਕ ਸਾਹਿਬ ਨੂੰ ਤੁਸੀਂ ਗੁਰੂ ਮੰਨਦੇ ਹੋ ਤੇ ਮੂਰਖਾਂ ਵਾਲੀਆਂ ਗੱਲਾਂ ਛੱਡ ਦਿਓ। ਪਾਵਨ ਸ੍ਰੀ ਲਹਿਣਾ ਜੀ ਗੁਰਦੁਆਰੇ ਆ ਕੇ ਗੁਰੂ ਕਿਉਂ ਬਣੇ? ਬਾਬਾ ਸ੍ਰੀ ਚੰਦ ਗੁਰਦੁਆਰੇ ਜੰਮ ਕੇ ਵੀ ਗੁਰੂ ਕਿਉਂ ਨਹੀਂ ਬਣ ਸਕਿਆ? ਕਿਉਂਕਿ ਉਹਨੇ ਆਪਦੇ ਮਨ ਦੀ ਮਨੋਤ ਨਹੀਂ ਛੱਡੀ, ਗੁਰੂ ਨਾਨਕ ਸਾਹਿਬ ਦੀ ਗੱਲ ਨਹੀਂ ਮੰਨੀ। ਬਾਕੀ ਹਜ਼ਾਰਾਂ ਹੀ ਗੁਣ ਸੀਗੇ, ਇੱਕੋ ਹੀ ਔਗਣ ਸੀਗਾ ਵੀ ਉਹਨਾਂ ਨੂੰ ਪਿਤਾ ਰੂਪ ਹੀ ਸਮਝਿਆ, ਪਰਮਾਤਮਾ ਨਹੀਂ ਸਮਝਿਆ। ਆਖਿਆ ਜੀ ਵੱਡੀ ਉਮਰ ਹੋ ਗਈ ਹੈ, ਇਸ ਲਈ ਇਹ ਐਵੇਂ ਬੋਲਦੇ ਨੇ। ਜਿਨ੍ਹਾਂ ਨੇ ਗੁਰੂ ਮਹਾਰਾਜ ਦੇ ਬਚਨਾਂ ਨੂੰ ਝੋਲੀ ਕਰਕੇ ਆਪਦੇ ਪੱਲੇ 'ਚ ਪਾਇਆ, ਥੱਲੇ ਨਹੀਂ ਡਿੱਗਣ ਦਿੱਤਾ। ਬਚਨ ਕਰਨ ਤੋਂ ਪਹਿਲਾਂ ਇਸ਼ਾਰੇ ਨਾਲ ਹੀ 7 ਬਚਨ ਕਹਿ ਦਿੱਤਾ। ਉਹ ਗੁਰਦੁਆਰੇ ਦੇ ਜ਼ਿੰਮੇਵਾਰ ਗੁਰੂ ਮਹਾਰਾਜ ਬਣ ਗਏ, ਗੁਰੂ ਅੰਗਦ ਦੇਵ ਜੀ। ਤੋ ਗੁਰਦੁਆਰੇ ਦੇ ਬੰਦੇ ਦਾ ਸਭ ਤੋਂ ਵੱਡਾ ਇਹ ਗੁਣ ਹੈ, ਇਹ ਫਰਜ਼ ਬਣਦਾ ਕਿ ਜੋ ਗੁਰੂ ਕਹਿ ਰਿਹਾ, ਜੋ ਗੁਰੂ ਕਹੇ ਸੋਈ ਭਲ ਮਾਨੋ। ਜਾਂ ਤਾਂ ਆਪ ਨੂੰ ਪਤਾ ਹੋਵੇ। ਮੈਂ ਕੁਝ ਵੇਖਿਆ, ਤੁਸੀਂ ਪੁੱਛੋ ਨਹੀਂ ਵੇਖਿਆ। ਤੁਹਾਨੂੰ ਕੁਛ ਪਤਾ, ਕੁਝ ਦੇਖਿਆ? ਬਿਲਕੁਲ ਨਹੀਂ ਦੇਖਿਆ। ਫਿਰ ਕਿਉਂ ਆਪਾਂ ਫਜ਼ੂਲ ਦੀਆਂ ਬਾਤਾਂ ਮਾਰਦੇ ਹਾਂ ਜਦ ਅਸੀਂ ਕੁਝ ਦੇਖਿਆ ਹੀ ਨਹੀਂ? ਸੱਚ ਝੂਠ ਦਾ ਨਿਰਣਾ ਕਿਵੇਂ ਕਰ ਸਕਦੇ ਹਾਂ? ਸਾਡੇ ਗੁਰੂ ਸਾਹਿਬ ਇਸ ਲੋਕ ਦੇ ਵੀ ਮਾਲਕ ਨੇ, ਗੁਰਦੁਆਰਾ ਸਾਹਿਬ ਉਹਨਾਂ ਦਾ ਹੈ ਜਿਸ ਵਿੱਚ ਬੈਠ ਕੇ ਰੱਬ ਦੇ ਘਰ ਦੀਆਂ ਗੱਲਾਂ ਦੱਸ ਰਹੇ ਨੇ, ਔਰ ਪਰਲੋਕ ਦੇ ਵੀ ਮਾਲਕ ਨੇ। ਉਹਨਾਂ ਨੂੰ ਉੱਥੋਂ ਦਾ ਪਤਾ ਤਾਂ ਕਿ ਉੱਥੋਂ ਦੇ ਖੁਦ ਆਪ ਮਾਲਕ ਨੇ। ਕਚਹਿਰੀ ਵੀ ਉਹਨਾਂ ਨੇ ਬਣਾਈ ਹੋਈ ਹੈ। ਧਰਮ ਰਾਜਾ ਉਹਨਾਂ ਦੀ ਦਿੱਤੀ ਡਿਊਟੀ 'ਤੇ ਬੈਠਾ ਨਿਆਂ ਕਰ ਰਿਹਾ, ਔਰ ਉਹਨਾਂ ਨੇ ਬਕਾਇਦਾ ਹੁਕਮ ਕੀਤਾ ਹੈ। ਧਰਮ ਰਾਏ ਨੂੰ ਹੁਕਮ ਹੈ ਵੈ ਸੱਚਾ ਧਰਮ ਵਿਚਾਰ, ਦੂਜੇ ਪਾਏ ਦੁਸ਼ਟ ਆਤਮਾ ਉਹ ਤੇਰੀ ਸਰਕਾਰ। ਮੈਂ ਨਹੀਂ ਵੇਖਿਆ, ਮੇਰੇ ਗੁਰੂ ਨੇ ਦੇਖਿਆ। ਕੋਈ ਵੀ ਸੱਚ ਝੂਠ ਦਾ ਨਿਰਣਾ ਤਾਂ ਗੁਰੂ ਮਹਾਰਾਜ ਨੇ ਆਪ ਕੀਤਾ ਬਾਣੀ ਵਿੱਚ। ਬਾਣੀ 'ਚ ਤਾਂ ਝੂਠ ਨਹੀਂ ਲਿਖਿਆ, ਸੋ ਬਾਣੀ ਵਿੱਚ ਤਾਂ ਬਿਲਕੁਲ ਸੱਚ ਲਿਖਿਆ ਹੋਇਆ ਹੈ। ਇਸ ਲਈ ਗੁਰੂ ਨਾਨਕ ਸਾਹਿਬ ਬਾਈ ਆਰਡਰ ਕਹਿ ਰਹੇ ਨੇ ਕਿ ਜੋ ਮੈਂ ਤੁਹਾਨੂੰ ਕਹਿ ਰਿਹਾ ਉਹਨੂੰ ਤੁਸੀਂ ਸੁਣੋ। ਮਹਾਰਾਜ ਜੀ ਉੱਤਮ ਭਗਤੀ ਰਾਹੀਂ ਉਪਦੇਸ਼ ਵਿਚਾਰ ਰਹੇ ਨੇ। ਰੇ ਮਨਾ, ਆਪਦੇ ਮਨ ਨੂੰ ਕਹਿ ਰਹੇ ਤਾਂ ਕਿ ਅਸੀਂ ਗੁੱਸਾ ਨਾ ਕਰੀਏ। ਸੋ ਆਪਦੇ ਮਨ ਦੇ ਪਰਤਾਏ ਕਹਿ ਰਹੇ ਨੇ ਕਿ ਜਿਹੜਾ ਵੀ ਕੋਈ ਬਾਣੀ ਪੜੂਗਾ ਉਹ ਇਹੀ ਸਮਝੂਗਾ ਕਿ ਮਨ ਦੇ ਪਰਤਾਏ। ਅਸੀਂ ਖੁਦ ਆਪ ਆਪਣੇ ਮਨ ਨੂੰ ਸਮਝਾ ਰਹੇ ਹਾਂ। ਸਾਡਾ ਸੁਭਾਅ ਹੈ ਕੋਈ ਸਾਡਾ ਟਾਰਗੇਟ ਬਣਾ ਕੇ ਕੋਈ ਗੱਲ ਕਹੇ ਜਾਂ ਨਾ ਲੈ ਕੇ ਤੇ ਆਪਾਂ ਗੁੱਸੇ ਵਿੱਚ ਆ ਜਾਂਦੇ ਆ। ਤੋ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਉੱਤਮ ਭਗਤੀ ਰਾਹੀਂ ਉਪਦੇਸ਼ ਦਿੰਦੇ ਨੇ। ਨਾਨਕ ਆਖੈ, ਗੁਰੂ ਨਾਨਕ ਸਾਹਿਬ ਆਂਦੇ ਨੇ ਰੇ ਮਨਾ, ਹੇ ਮੇਰਿਆ ਮਨਾ, ਸੁਣੀਐ
ਸਿੱਖ ਸਹੀ। ਤੂੰ ਸਹੀ ਤੇ ਸੱਚੀ ਸਿੱਖਿਆ ਨੂੰ ਨਿਸ਼ਚੈ ਕਰਕੇ ਧਿਆਨ ਦੇ ਨਾਲ ਸੁਣਨਾ ਕਰ। ਯਾਨੀ ਸਾਨੂੰ ਦੱਸ ਰਹੇ ਨੇ, ਕਹਿ ਰਹੇ ਹਨ, ਦੇਖਾ ਰੱਬ ਮੰਗੇਸੀਆ। ਕੀ ਕਹਿ ਰਹੇ ਨੇ ਕਿ ਅੱਗੇ ਦਰਗਾਹ ਦੇ ਵਿੱਚ ਰੱਬ ਪਰਮੇਸ਼ਰ ਤੇਰੇ ਪਾਸੋਂ ਲੇਖਾ ਮੰਗੇਗਾ। ਬੈਠਾ ਕੱਢ ਵਹੀ। ਜੋ ਤੇਰੇ ਕੀਤੇ ਕਰਮਾਂ ਧਰਮਾਂ ਦੇ ਹਿਸਾਬ ਦੀ ਕਿਤਾਬ ਕੱਢ ਕੇ ਬੈਠਾ ਹੋਇਆ ਹੈ। ਕਾਲੇ ਕੋਟਾਂ ਵਾਲੇ ਬਕਾਇਦਾ ਯਮਦੂਤ ਨੇ। ਧਰਮ ਰਾਜਾ ਸਭ ਤੋਂ ਵੱਡਾ ਯਮਦੂਤ ਹੈ, ਵੱਡਾ ਨਿਆਂਕਾਰ। ਛੋਟੇ ਛੋਟੇ ਟੇਬਲ ਨੇ ਤੇ ਇੱਕੋ ਹੀ ਕੁਰਸੀ ਹੈ ਜਿੱਥੇ ਕਾਲੇ ਕੋਟ ਵਾਲਾ ਬੈਠਾ, ਕਿਤਾਬ ਖੋਲੀ ਹੋਈ ਹੈ ਤੇ ਕੱਲੀ ਕੱਲੀ ਰੂਹ ਉੱਥੇ ਟੇਬਲਾਂ 'ਤੇ ਜਾਂਦੀ ਜਿੱਥੇ ਕਿਸੇ ਦੀ ਕਿਤਾਬ ਖੁੱਲੀ ਹੋਈ ਹੈ। ਉਹ ਰੂਹ ਖੜੀ ਹੋ ਕੇ ਤੇ ਜੋ ਸਵਾਲ ਹੁੰਦਾ ਉਹਨੂੰ ਬੋਲਦੀ ਹੈ। ਜੇ ਗੁਨਾਹ ਨਾ ਕਬੂਲਿਆ ਜਾਏ, LCDਆਂ ਲੱਗੀਆਂ ਹੋਈਆਂ ਨੇ, ਬਕਾਇਦਾ ਸਬੂਤ ਨੇ। ਕੋਰਟ ਕਚਹਿਰੀਆਂ 'ਚ ਬਿਨਾਂ ਸਬੂਤ ਤੋਂ ਤੁਸੀਂ ਕੋਈ ਗੱਲ ਨਹੀਂ ਕਰ ਸਕਦੇ। ਸਬੂਤ ਪੇਸ਼ ਕਰੋ। ਬਕਾਇਦਾ LCD ਕਹਿੰਦੇ ਸੱਜੇ ਮੋਢੇ 'ਤੇ ਚਿੱਤਰ ਤੇ ਖੱਬੇ 'ਤੇ ਗੁਪਤ। ਚਿੱਤਰ ਜਿਹੜਾ ਦਿਨ ਦੇ ਕੰਮ ਵੇਖਦਾ, ਸਾਰੀ ਵੀਡੀਓ ਰਿਕਾਰਡਿੰਗ ਉਹ ਜਮ੍ਹਾਂ ਹੋਈ ਜਾਂਦੀ ਤੇ ਰਾਤ ਨੂੰ ਫਿਰ ਗੁਪਤ ਦਾ ਕੈਮਰਾ ਲੱਗ ਜਾਂਦਾ। ਉਹ ਪਤਾ ਵੀ ਨਹੀਂ ਵੀ ਕੈਮਰੇ ਕਿੱਥੇ ਲੱਗੇ ਹੋਏ ਨੇ। ਰੱਬ ਦੇ ਗੁਪਤ ਕੈਮਰੇ ਨੇ। ਚਿੱਤਰ ਗੁਪਤ ਜਬ ਲੇਖਾ ਮੰਗੈ, ਤਬ ਕੌਣ ਪੜਦਾ ਤੇਰਾ ਢਾਕਾ। ਦਿਨ ਦੇ ਕੰਮ ਚਿੱਤਰ ਪੁੱਛਦਾ ਤੇ ਦਿਖਾਉਂਦਾ LCD 'ਤੇ ਵੀ ਆ ਵੇਖ ਲਓ, ਫਿਲਮ ਲਾ ਕੇ। ਰਾਤ ਦੇ ਕੰਮਾਂ ਨੂੰ ਗੁਪਤ ਦਿਖਾਉਂਦਾ ਹੈ। ਬੰਦੇ ਦੀ ਮਜਾਲ ਹੀ ਨਹੀਂ ਵੀ ਉੱਥੇ ਝੂਠ ਬੋਲ ਜਾਏ। ਕਹਿੰਦੇ ਪੁਲਿਸ ਵਾਲਿਆਂ ਦੇ ਡੰਡੇ ਅੱਗੇ ਕੰਧਾਂ ਵੀ ਕੰਬਦੀਆਂ, ਕੰਧਾਂ ਵੀ ਬੋਲਦੀਆਂ ਨੇ। ਬਾਹਰਲੀਆਂ ਕੰਟਰੀਆਂ 'ਚ ਬੰਦੇ ਨੂੰ ਹੱਥ ਤਾਂ ਨਹੀਂ ਲਾਉਂਦੇ, ਫਾਈਟ ਨਹੀਂ ਕਰਦੇ, ਕੁੱਟਦੇ ਮਾਰਦੇ ਨਹੀਂ, ਪਰ ਉਹਦੇ ਦਿਮਾਗ ਨੂੰ ਹੀ ਇੰਨਾ ਹੈਂਗ ਕਰ ਦਿੰਦੇ ਗੱਲਾਂ ਕਰ ਕਰਕੇ। ਜਿਸ ਤਰ੍ਹਾਂ ਕਮਲਾ ਬੰਦਾ, ਕਮਲੇ ਵੇਖੇ ਨੇ ਨਾ, ਉਹ ਜੋ ਕੁਛ ਉਹਨਾਂ ਦੇ ਦਿਲ 'ਚੋਂ ਆਪਣੇ ਆਪ ਹੀ ਬਕੀ ਜਾਂਦੇ। ਇਹ ਬੰਦੇ ਨੂੰ ਸਿਸਟਮ ਹੀ ਇਸ ਤਰ੍ਹਾਂ ਦਾ ਲਾ ਦਿੰਦੇ ਨੇ ਵੀ ਜੋ ਕੁਛ ਉਹਦੇ ਅੰਦਰ ਹੈ ਉਹ ਆਪਣੇ ਆਪ ਹੀ ਕੱਢੀ ਜਾਂਦਾ ਵੀ ਮੈਂ ਆਹ ਜਗ੍ਹਾ ਗਿਆ, ਮੈਂ ਉਹ ਜਗ੍ਹਾ ਗਿਆ, ਮੈਂ ਇਸ ਤਰ੍ਹਾਂ ਕੀਤਾ, ਮੈਂ ਉਸ ਤਰ੍ਹਾਂ ਕੀਤਾ। ਉੱਥੇ ਕੰਧਾਂ ਵੀ ਬੋਲਦੀਆਂ, ਬੰਦਾ ਮੁੱਕਰ ਸਕਦਾ ਹੀ ਨਹੀਂ। ਉੱਥੇ ਸੱਚੇ ਹੀ ਸੱਚ ਨਿਬੜੇ, ਚੁਣ ਵੱਖ ਕੱਢੇ ਜਜ ਮਾਲਿਆ। ਤੇ ਸਾਰਾ ਕੁਛ ਬਣਾ ਕੇ ਫਿਰ ਰੂਹ ਨੂੰ ਕਹਿੰਦੇ ਵੀ ਚੱਲ ਜਾ ਉੱਥੇ ਧਰਮ ਰਾਜੇ ਦੇ ਕੋਲ। ਚਿੱਟੇ ਬਸਤਰ, ਸੋਹਣਾ ਬੜਾ ਚਿੱਟਾ ਦਾਰਾ, ਚਿੱਟੀ ਸੋਹਣੀ ਗੋਲ ਪਗੜੀ, ਔਰ ਦਗਦਾ ਕਰਦਾ ਪ੍ਰਕਾਸ਼ਮਾਨ ਚਿਹਰਾ, ਵੱਡਾ ਸਾਰਾ ਟੇਬਲ ਤੇ ਬੜਾ ਵਿਸ਼ਾਲ ਸਰੀਰ, ਕੰਬਦੀ ਹੈ ਰੂਹ। ਖੂਹ ਲਾਗੇ ਮਾਰਦਾ ਧੱਕਾ ਤੇ ਚੱਲ ਮੇਰੇ ਭਾਈ ਪਾਰ। ਉੱਥੇ ਗੱਲ ਸੁਣਨੀ ਨਹੀਂ, ਉਹਦਾ ਕੰਮ ਹੀ ਨਹੀਂ ਦਇਆ ਦਾ। ਪਾਪੀਆਂ ਵਾਸਤੇ ਯਮਦੂਤ ਹੈ ਤੇ ਗੁਰਮੁਖਾਂ ਵਾਸਤੇ ਧਰਮ ਰਾਜਾ ਹੈ। ਰੇਰੇ ਦਰਗਾਹ ਕਹੇ ਨਾ ਕੋ ਆਓ ਬੈਠ ਆਦਰ ਸੁਭ ਦਿਓ। ਨਹੀਂ ਤਾਂ ਲੈਣਾ ਲੱਗੀਆਂ ਹੋਈਆਂ, ਲੰਚ ਵੀ ਹੁੰਦਾ, ਵਾਰੀ ਨਹੀਂ ਆਉਂਦੀ। ਕਚਹਿਰੀਆਂ 'ਚ ਖੜੇ ਰਹਿਣ ਦੀ ਵੀ ਸਜ਼ਾ ਦਿੱਤੀ ਜਾਂਦੀ ਹੈ ਵੀ ਖੜੇ ਰਹੋ, ਚੁੱਪ ਕਰਕੇ ਦੱਸਣਾ ਨਹੀਂ ਵੀ ਕਿਹੜੇ ਟਾਈਮ ਦੀ ਵਾਰੀ ਆਉਣੀ। ਖੜੇ ਤੇ ਖੜੇ ਰਹੋ, ਵਾਰੀ ਆਊਗੀ ਤਾਂ ਬੁਲਾ ਲਵਾਂਗੇ। ਤਾਂ ਇਸ ਤਰੀਕੇ ਦੇ ਨਾਲ ਕਈ ਟਾਈਮ ਉਡੀਕ ਕਰਨੀ ਪੈਂਦੀ। ਔਰ ਨਰਕਾਂ 'ਚ ਪਤਾ ਨਹੀਂ ਕੁਰਬੜ ਹੋ ਰਹੀ ਹੈ, ਕਦੋਂ ਜੀਵ ਆਤਮਾ ਨਿਕਲੀ। ਜੂਨ ਵੀ ਕਿਸੇ ਪੁੰਨਾਂ ਵਾਲੇ ਨੂੰ ਹੀ ਮਿਲਦੀ ਹੈ। ਜਿਹਦੇ ਪਾਪ ਬਹੁਤੇ ਨੇ ਤੇ ਪੁੰਨ ਘੱਟ ਨੇ, ਕੁੱਤੇ ਬਿੱਲੇ ਦੀ ਜੂਨ। ਜਿਹਦੇ ਪੁੰਨ ਬਹੁਤੇ ਤੇ ਪਾਪ ਘੱਟ ਨੇ ਤੇ ਉਹਨੂੰ ਬੰਦੇ ਦੀ ਜੂਨ। ਜਿਹਦੇ ਪੁੰਨ ਤੇ ਪਾਪ ਬਰਾਬਰ ਨੇ ਜਾਂ ਪੁੰਨ ਬਹੁਤੇ ਨੇ, ਪੁੰਨ ਤੇ ਪਾਪ ਬਰਾਬਰ ਬੰਦੇ ਦੀ ਜੂਨ। ਜਿਹਦੇ ਬਹੁਤੇ ਪੁੰਨ ਦੇਵਤਿਆਂ ਦੀ ਜੂਨ। ਤੇ ਬਾਕੀ ਅਵਗਤ ਰੂਹਾਂ ਜਿਨ੍ਹਾਂ ਨੂੰ ਸਰੀਰ ਨਹੀਂ ਮਿਲ ਰਿਹਾ, ਭੂਤਾਂ ਪ੍ਰੇਤਾਂ ਦੇ ਤੇ ਕਈ ਨਰਕਾਂ ਦੇ ਵਿੱਚ। ਇਸ ਤਰੀਕੇ ਦੇ ਨਾਲ ਇਹ ਸਭ ਕੁਛ ਧਾਰਮਿਕ ਗ੍ਰੰਥਾਂ ਵਿੱਚ ਲਿਖਿਆ ਹੋਇਆ ਤੇ ਗੁਰੂ ਸਾਹਿਬ ਜੀ ਆਪ ਬਾਣੀ ਵਿੱਚ ਦੱਸ ਰਹੇ ਨੇ। ਅੱਗੇ ਦਰਗਾਹ ਦੇ ਵਿੱਚ ਇਹ ਭਲੇ ਪੁਰਸ਼ਾ ਇਹ ਗੱਲ ਮੰਨ ਜਾ ਵੀ ਰੱਬ ਤੇਰੇ ਪਾਸੋਂ ਲੇਖਾ ਮੰਗੇਗਾ। ਔਰ ਬੈਠਾ ਕੱਢ ਵਹੀ ਤੇਰੀ ਕਿਤਾਬ ਕਰਮਾਂ ਦੀ ਤੇ ਧਰਮਾਂ ਦੀ, ਉੱਥੇ ਹਿਸਾਬ ਕਿਤਾਬ ਦੀ ਕੱਢ ਕੇ ਤੇਰੇ ਜਾਣ ਤੋਂ ਪਹਿਲਾਂ ਹੀ ਬੈਠਾ ਹੋਊਗਾ। ਕਚਹਿਰੀ 'ਚ ਜਦ ਕੇਸ ਲੱਗਿਆ, ਬੰਦੇ ਦੇ ਪੇਸ਼ ਹੋਣ ਤੋਂ ਪਹਿਲਾਂ ਹੀ ਉਹਦਾ ਸਾਰਾ ਬਾਇਓਡਾਟਾ, ਉਹਦੀ ਕਿਤਾਬ, ਜਿੰਨੀ ਕਾਲੀ ਕਿਤਾਬ ਕਾਲੇ ਕਰਤੂਤਾਂ ਦੀ, ਉਹ ਪਹਿਲਾਂ ਹੀ ਜੱਜ ਨੇ ਪੜ੍ਹੀ ਹੁੰਦੀ, ਇਹਦੇ ਵਾਚੀ ਹੁੰਦੀ ਹੈ। ਉਦੋਂ ਤਾਂ ਬਸ ਉਹਦੇ 'ਤੇ ਵਿਚਾਰ ਕਰਨੀ ਹੁੰਦੀ ਹੈ। ਪੌਸਨ ਆਕੀਆ ਫਿਰ
ਬੰਦਾ ਵੇਖਦੇ ਨੇ ਵੀ ਕਿਹੜੇ ਬੰਦੇ ਨੇ ਕੰਮ ਕੀਤੇ, ਜਿਨ੍ਹਾਂ ਦੇ ਤਰਫ ਪਾਪ ਰੂਪ ਕਰਮ ਜਾਂ ਕੀਤੇ ਸੰਜਤ ਕਰਮਾਂ ਦੀ ਬਾਕੀ ਜਿਨਾ ਰਹੀ। ਸੋ ਕਰਮਾਂ ਦੀ ਬਾਕੀ ਰਹੀ ਹੋਈ ਹੈ, ਜਾਂ ਜਿਨ੍ਹਾਂ ਦਾ ਕੀਤੇ ਕਰਮਾਂ ਧਰਮਾਂ ਦਾ ਹਿਸਾਬ ਕਿਤਾਬ ਰਹਿ ਗਿਆ ਹੈ, ਉਹਨਾਂ ਆਕੀਆਂ ਹੰਕਾਰੀਆਂ ਜਾਂ ਆਕੀਆਂ ਬਾਗੀਆਂ ਜਾਂ ਆਕੜਖਾਂ ਉੱਚੀ ਧੌਣ ਵਾਲਿਆਂ ਦੇ ਧੌਣਾ ਭੰਨੀਆਂ ਜਾਣਗੀਆਂ। ਭਾਵ ਮਨ ਦੇ ਬੇਮੁਖ ਪੁਰਖਾਂ ਨੂੰ ਜਮਾਂ ਦੀ ਸਖਤੀ ਨਾਲ ਸੱਦੇ ਪੈਣਗੇ। ਇਧਰ ਆ ਓਏ, ਤੇ ਦੱਸ ਤੂੰ ਆਹ ਕੰਮ ਕਿਉਂ ਕੀਤਾ? ਬੰਦੇ ਦੀ ਰੂਹ ਕੰਬੂਗੀ। ਅਜਰਾਈਲ ਫਰਿਸ਼ਤਾ, ਚਾਰ ਫਰਿਸ਼ਤੇ ਨੇ, ਅਜ਼ਰਾਈਲ, ਜ਼ਬਰਾਈਲ ਤੇ ਮੇਕਾਈਲ ਤੇ ਨੇਕਾਈਲ, ਜਿਨ੍ਹਾਂ ਚੋਂ ਅਜ਼ਰਾਈਲ ਮੌਤ ਦਾ ਫਰਿਸ਼ਤਾ ਹੈ, ਇਹਨੂੰ ਇੱਕ ਦੇਵਤਾ ਮੰਨਿਆ। ਉਹ ਉਹਨਾਂ ਦੇ ਕੀਤੇ ਕਰਮਾਂ ਅਨੁਸਾਰ ਸਜ਼ਾ ਦੇਣ ਵਾਸਤੇ ਸਿਰ 'ਤੇ ਆ ਕੇ ਤੈਨਾਤ ਮੁਕਰਰ ਹੋਵੇਗਾ। ਉਹਦੀ ਡਿਊਟੀ ਇਹ ਹੈ ਕਿ ਵਿਗੜਿਆਂ ਤਕੜਿਆਂ ਦਾ ਡੰਡਾ ਪੀ। ਜਦੋਂ ਪਰਮੇਸ਼ਰ ਦੀ ਆਗਿਆ ਅਨੁਸਾਰ ਸਥੂਲ ਦੇਹ ਜੋ ਸੂਖਮ ਦੇਹ ਨੂੰ ਕੱਢਣਾ ਕੀਤਾ ਤਾਂ ਅਜ਼ਰਾਈਲ ਫਰਿਸ਼ਤੇ ਨੇ ਸਿਰ 'ਤੇ ਖੜਨਾ ਕੀਤਾ। ਜਮ ਕਾ ਡੰਡ ਮੂੰਡ ਮੈਂ ਲਾਗੇ, ਖਿਨ ਮੈਂ ਕਰੇ ਨਬੇਰਾ। ਉਸੀ ਆਏ ਤਾਈ। ਤੋ ਇਸ ਤਰ੍ਹਾਂ ਸਾਧ ਸੰਗਤ ਜੀਓ, ਜਦੋਂ ਪਰਮੇਸ਼ਰ ਦੀ ਆਗਿਆ ਅਨੁਸਾਰ ਸਦੂਲ ਦੇਹ ਵਿੱਚੋਂ ਸੂਖਮ ਦੇਹ ਨੂੰ ਕੱਢਿਆ, ਆਵਣ ਜਾਣ ਨਾ ਸੁਝਾਈ, ਤਾਂ ਕੀਤੇ ਕਰਮ ਅਨੁਸਾਰ ਸਜ਼ਾ ਦੇਣ ਲਈ ਸਿਰ ਉੱਤੇ ਆ ਕੇ ਤੈਨਾਤ ਮੁਕਰਰ ਹੋਵੇਗਾ। ਇਹ ਜਦ ਜਿਹੜੀ ਜਿੰਦ ਹੈ ਢੀੜੀ ਗਲੀ ਫਹੀ। ਕਹਿੰਦੇ ਜਦ ਬੰਦਾ ਮਰਦਾ ਹੈ ਤਾਂ ਇੱਕਦਮ ਕੁੱਪ ਹਨੇਰਾ, ਜਿਹਦੇ ਵਿੱਚ ਹੱਥ ਪਸਾਰਿਆ ਨਾ ਦਿਸੇ। ਫਿਰ ਇੱਕ ਛੋਟੀ ਜਿਹੀ ਬਾਰੀ ਖੁੱਲ੍ਹਦੀ ਹੈ, ਉਹਦੇ ਵਿੱਚ ਦੀ ਰੂਹ ਬੜੀ ਮੁਸ਼ਕਿਲ ਨਾਲ ਨਿਕਲ ਪਾਉਂਦੀ ਹੈ। ਕਬੀਰ ਮੁਕਤ ਦੁਆਰਾ ਅਤ ਨੀਕਾ, ਨਾਨਾ ਹੋਈ ਸੋ ਜਾਏ। ਤੇ ਹਉਮੈ ਵਿੱਚ ਮਨ ਅਸਤੂਲ ਹੈ, ਕਿਉਂ ਕਰ ਵਿੱਚ ਦੇ ਜਾਏ। ਕਹਿੰਦੇ ਨੇ ਸਾਡਾ ਮਨ ਹਉਮੈ ਕਰਕੇ ਮੋਟਾ ਹੋਇਆ ਪਿਆ, ਪਰ ਦਰਵਾਜ਼ਾ ਬਹੁਤ ਬਰੀਕ ਹੈ, ਉਹ 'ਚੋਂ ਲੰਘਿਆ ਨਹੀਂ ਜਾਂਦਾ ਬੰਦੇ ਕੋਲੋਂ। ਉਹ ਜਿੰਦ ਆਤਮਾ ਭੀੜੀ ਗਲੀ ਫਹੀ, ਭੀੜੀ ਜਿਹੀ ਗਲੀ ਦੇ ਵਿੱਚ ਫਸੀ ਜਾਏਗੀ, ਦੁਖੀ ਹੋਵੇਗੀ। ਉਦੋਂ ਆਉਣ ਜਾਣ ਨਾ ਸੁਝੇ, ਆਉਣ ਜਾਣ ਬਾਰੇ ਕੁਝ ਵੀ ਨਹੀਂ ਸੁਝਦਾ, ਕਿੱਧਰੋਂ ਆਇਆ ਤੇ ਕਿੱਧਰ ਨੂੰ ਜਾਣਾ ਹੈ। ਤੋ ਜਦ ਜਮਦੂਤ ਆਇਆ ਤਾਂ ਕਿਸੇ ਨੂੰ ਦੱਸ ਕੇ ਨਹੀਂ ਗਿਆ ਕਿ ਮੈਂ ਕਿਹੜੀ ਜੂਨ ਵਿੱਚ ਪਾਵਾਂਗਾ, ਕਿੱਥੇ ਲੈ ਕੇ ਚੱਲਿਆ ਹਾਂ। ਐਸੀ ਔਕੜ ਦੇ ਸਮੇਂ ਜੀਵ ਨੂੰ ਕੁਝ ਨਹੀਂ, ਬਿਲਕੁਲ ਨਹੀਂ ਸਮਝ ਆਏਗੀ। ਮਰਨ ਤੋਂ ਪਹਿਲਾਂ ਕੋਮਾ 'ਚ ਲੈ ਜਾਏਗਾ, ਕੁਝ ਸੁਝੇਗਾ ਨਹੀਂ, ਕੁਝ ਦਿਸੇਗਾ ਨਹੀਂ। ਇਸੇ ਲਈ ਗੁਰਦੁਆਰੇ ਆਈਦਾ, ਸੰਗਤ ਕਰੀਦੀ ਆ ਵੀ ਸੋਝੀ ਰਹੇ। ਇਸੇ ਲਈ ਨਿਤਨੇਮ ਕਰੀਦਾ, ਮਹਾਰਾਜ ਨੂੰ ਮੰਨੀਦਾ ਵੀ ਸਾਨੂੰ ਮੁਖੋਂ ਵਾਹਿਗੁਰੂ ਕਹਿਣ ਨੂੰ ਟਾਈਮ ਮਿਲੇ, ਜਿਸ ਕਰਕੇ ਸਾਡਾ ਭਲਾ ਹੋਵੇ। ਇਸ ਵਾਸਤੇ ਇਹੋ ਜਿਹਾ ਔਖਾ ਸਮਾਂ ਹੈ। ਕੂੜ ਨਿਖੁੱਟੇ ਨਾਨਕਾ। ਸਤਿਗੁਰੂ ਨਾਨਕ ਦੇਵ ਮਹਾਰਾਜ ਦੇ ਬਚਨ ਨੇ, ਜੋ ਦੁਨੀਆ ਦੇ ਵਿੱਚ ਕੋਈ ਇਹਨੂੰ ਝੁਠਲਾ ਨਹੀਂ ਸਕਦਾ। ਬਿਲਕੁਲ ਮਹਾਰਾਜ ਕਹਿੰਦੇ ਨੇ ਸੱਚੇ ਨੇ। ਊੜਕ ਸੱਚ ਰਹੀ, ਕਿ ਉੱਥੇ ਦਰਗਾਹ ਦੇ ਵਿੱਚ ਝੂਠ ਨੇ ਮੁੱਕ ਜਾਣਾ, ਖਤਮ ਹੋ ਜਾਣਾ, ਅੰਤ ਨੂੰ ਸਚਾਈ ਹੋਈ ਰਹੇਗੀ। ਭਾਵ ਝੂਠੇ ਪੁਰਖਾਂ ਮੂਰਖਾਂ ਨੂੰ ਮੰਦ ਕਰਮਾਂ ਕਰਕੇ ਭਾਰੀ ਦੰਡ ਮਿਲੇਗਾ ਤੇ ਚੰਗੇ ਕਰਮ ਕਰਨ ਵਾਲਿਆਂ ਨੂੰ ਸਤਿਕਾਰ ਮਿਲੇਗਾ। ਔੜੀ ਹਰ ਕਾ ਸਭ ਸਰੀਰ ਹੈ। ਤੀਜੇ ਪਾਤਸ਼ਾਹ ਗੁਰੂ ਅਮਰਦਾਸ ਸਾਹਿਬ ਜੀ ਪੌੜੀ ਉਚਾਰ ਰਹੇ ਨੇ, 13ਵੀਂ ਪੌੜੀ, ਕਿ ਹਰੀ ਪਰਮੇਸ਼ਰ ਦਾ ਰਚਿਆ ਹੋਇਆ ਸਾਰੇ ਜੀਵਾਂ ਦਾ ਸਰੀਰ ਉਸ ਦਾ ਵਿਰਾਟ ਰੂਪ ਹੈ, ਜਾਂ ਪਰਮੇਸ਼ਰ ਦਾ ਖੰਡ ਬ੍ਰਹਿਮੰਡ ਆਦਿਕ ਸਾਰਾ ਵਿਰਾਟ ਸਰੂਪ ਸਰੀਰ ਹੈ, ਜਾਂ ਸਾਰੇ ਆਕਾਰ ਪਰਮੇਸ਼ਰ ਦਾ ਹੀ ਸਰੀਰ ਹਨਗੇ। ਹਰ ਰਵ ਰਹਿਆ ਸਭ ਆਪੈ। ਹਰ ਹਰੀ ਪਰਮੇਸ਼ਰ ਆਪ ਹੀ ਸਾਰਿਆਂ ਦੇ ਅੰਦਰ ਵਿਆਪਕ ਹੋ ਰਿਹਾ ਹੈ। ਹਰ ਕੀ ਕੀਮਤ ਨਾ ਪਵੈ। ਉਸ ਹਰੀ ਪਰਮੇਸ਼ਰ ਦੀ ਕੀਮਤ ਕਿਸੇ ਪਾਸੋਂ ਭਾਵ ਮਹਿਮਾ ਰੂਪ ਕੀਮਤ ਨਹੀਂ ਪਈ ਸਕਦੀ। ਕਿਛ ਕਹਿਣ ਨਾ ਜਾਪੈ। ਤੇ ਕਿਸੇ ਪ੍ਰਕਾਰ ਕੁਝ ਵੀ ਕਿਹਾ ਨਹੀਂ ਜਾਣਿਆ ਜਾ ਸਕਦਾ ਹੈ। ਗੁਰ ਪ੍ਰਸਾਦੀ ਸਾਲਾਹੀਐ। ਜਾਂ
ਜਮ ਪਕੜ ਚਲਾਇਆ ਵਣਜਾਰਿਆ ਮਿੱਤਰਾ ਹੈ ਹੇ ਵਣਜਾਰਿਆ ਮਿੱਤਰਾ, ਜਦ ਜਮਦੂਤ ਨੂੰ ਪਕੜ ਕੇ ਚਲਾਏਗਾ ਤੇ ਕਿਸੇ ਨਾ ਮਿਲਿਆ ਭੇਦ। ਖੁਦ ਆਪ ਨੂੰ ਨਹੀਂ ਪਤਾ ਹੋਣਾ, ਦੂਜੇ ਨੂੰ ਭੇਦ ਕੀ ਉਹਨਾਂ ਦੇਣਾ। ਭੇਦ ਚੇਤ ਹਰ ਕਿਸੇ ਨਾ ਮਿਲਿਓ, ਜਾ ਜਮ ਪਕੜ ਚਲਾਇਆ ਝੂਠਾ ਰੁਦਰ ਹੁਆ ਦੁਆਲਾ, ਖਿਨਮੇ ਪਿਆ ਪਰਾਇਆ ਬੁੱਧ ਵਿਸਰਜੀ ਗਈ ਸਿਆਣਪ। ਤੇ ਇਉਂ ਮਹਾਰਾਜ ਕਹਿੰਦੇ ਮੱਤ ਮਾਰੀ ਜਾਊਗੀ। ਆ ਲਾਗੇ ਹੀ ਤੁਹਾਡੇ 70 ਸੈਕਟਰ ਹੈ, ਇੱਥੋਂ ਦੇ ਇੱਕ ਗੁਰਮੁਖ ਪਿਆਰੇ ਹੁਣ ਕਾਫੀ ਚਿਰ ਹੋ ਗਿਆ, ਪਤਾ ਨਹੀਂ ਇੰਗਲੈਂਡ ਨਾ ਚਲੇ ਗਏ ਹੁਣ ਜਾਂ ਕੈਨੇਡਾ, ਉਹਨਾਂ ਦੇ ਬਾਲ ਬੱਚੇ ਦੋਨਾਂ ਦੇਸ਼ਾਂ 'ਚ ਨੇ। ਮੇਰਾ ਸੁਭਾਅ ਹੈ ਵੀ ਮੈਂ ਪੁੱਛਦਾ ਰਹਿੰਦਾ। ਬਾਬਾ ਤੇਜਾ ਸਿੰਘ ਸ਼ਾਇਦ ਉਹਨਾਂ ਦਾ ਨਾਮ ਹੈ, ਵਾਹਿਗੁਰੂ ਬਾਬਾ ਤੇਜਾ ਸਿੰਘ ਜੀ, ਜੋ ਬਾਬਾ ਅਤਰ ਸਿੰਘ ਮਸਤੂਆਣੇ ਵਾਲਿਆਂ ਦੇ ਸੇਵਕ ਹੋਏ ਨੇ, ਜਿਨ੍ਹਾਂ ਬੜੂ ਸਾਹਿਬ ਅਕਾਲ ਅਕੈਡਮੀਆਂ ਖੋਲ੍ਹੀਆਂ, ਉਹਨਾਂ ਦੇ ਪਰਮ ਸੇਵਕ ਨੇ। ਅਤੇ ਉਹਨਾਂ ਦੱਸਿਆ ਵੀ ਮੈਂ ਮਰ ਗਿਆ। ਘਰ ਵਾਲੀ ਵਿੱਚ ਰੋਵੇ ਵਿਚਾਰੀ, ਰਾਤ 12 ਵਜੇ ਦਾ ਟਾਈਮ, ਕਹਿੰਦੇ ਮੈਨੂੰ ਦਿਖਿਆ ਵੀ ਰੋ ਰਹੀ ਹੈ। ਅਤੇ 4-5 ਬੰਦੇ ਚੰਗਾ ਮੈਨੂੰ ਕਟਾਪਾ ਚਾੜਿਆ। ਮੈਂ ਕਿਹਾ ਮੈਨੂੰ ਛੱਡ ਦਿਓ ਵੀ ਘਰ ਵਾਲੀ ਨੂੰ ਦੱਸਦਾ ਦੇਵਾਂ, ਉਹ ਵਿਚਾਰੀ ਰੋ ਰਹੀ ਹੈ। ਕਹਿੰਦੀ ਚੱਲ ਪੁੱਤ ਤੂੰ ਗੱਲਾਂ ਮਾਰਦਾ, ਚੱਲ। ਇੰਨਾ ਕੁੱਟਿਆ, ਸਰੀਰ ਭੰਨ ਸੁੱਟਿਆ, ਚੰਗੇ ਥੰਮੇ ਜਿੱਡੇ ਜਵਾਨ ਨੇ, ਜਵਾਨੀ ਦੀ ਗੱਲ ਦੱਸੀ ਉਹਨਾਂ। ਅਤੇ ਡਿਗਰੀ ਹੋਲਡਰ, ਪੜ੍ਹੇ ਲਿਖੇ, ਕਹਿੰਦੇ ਉੱਪਰ ਲੈ ਗਏ। ਅਤੇ ਉੱਥੇ ਸਭ ਕੁਝ ਇਸੇ ਤਰ੍ਹਾਂ ਹੀ ਸੀਗਾ। ਕਿਤਾਬ ਖੋਲ੍ਹੀ ਹੋਈ ਸੀ, ਕਾਲੇ ਕੋਟਾਂ ਵਾਲੇ ਟੇਬਲਾਂ ਦੇ, ਰੂਹ ਖੜੀ ਹੋ ਗਈ। ਅਤੇ ਉਹਨਾਂ ਪਹਿਲਾਂ ਮੇਰੇ ਮੂੰਹ ਵੱਲ ਲਿਖਿਆ, ਬਾਅਦ ਦੇ ਵਿੱਚ ਲਿਜਾਣ ਵਾਲਿਆਂ ਨੂੰ ਕਹਿੰਦੇ ਵੀ ਇਹਦੀ ਵਾਰੀ ਨਹੀਂ ਹੈ, ਵਾਰੀ ਕਿਸੇ ਹੋਰ ਦੀ, ਇਹਨੂੰ ਛੱਡ ਆਓ। ਅਤੇ ਅਜੇ ਇਹਦੀ ਦੇਹ ਉੱਥੇ ਪਈ ਹੈ। ਕਹਿੰਦੇ ਕਰੀਬਨ 5 ਘੰਟੇ, 12 ਵਜੇ ਤੋਂ 4:30-5 ਵਜੇ ਤੱਕ ਮੈਂ ਮਰਿਆ ਰਿਹਾ। ਫਿਰ ਮੈਂ ਜਿਉਂਦਾ ਹੋ ਗਿਆ। ਡਾਕਟਰਾਂ ਦੱਸਿਆ ਵੀ ਹਾਰਟ ਅਟੈਕ ਆਇਆ ਸੀਗਾ, ਅਤੇ ਉਹ ਕਈਆਂ ਦਾ ਫਿਰ ਦੁਬਾਰਾ ਤੋਂ ਮਹਾਰਾਜ ਕਿਰਪਾ ਕਰ ਦਿੰਦਾ। ਇੰਝ ਤਰੀਕੇ ਨਾਲ ਡਾਕਟਰਾਂ ਦੇ ਹਿਸਾਬ ਨਾਲ ਮੰਨ ਲਓ। ਕਹਿੰਦਾ ਮੇਰੇ ਮੁਤਾਬਕ ਮੈਂ ਮਰਿਆ ਸੀਗਾ, ਅਤੇ ਕਈ ਦਿਨ ਮੈਂ ਮੰਜੇ ਤੋਂ ਨਹੀਂ ਉੱਠਿਆ। ਵੀ ਜਿਸ ਤਰ੍ਹਾਂ ਬਹੁਤ ਕਿਸੇ ਨੂੰ ਕੁੱਟਿਆ ਹੋਵੇ, ਇੰਨਾ ਸਰੀਰ ਭੰਨਿਆ। ਕਹਿੰਦਾ ਉਸ ਤੋਂ ਬਾਅਦ ਮੈਂ ਅੰਮ੍ਰਿਤ ਛਕ ਕੇ 5 ਬਾਣੀ ਦਾ ਨਿਤਨੇਮ ਨਹੀਂ ਛੱਡਿਆ ਵੀ ਮਹਾਰਾਜ ਉਹਨਾਂ ਦੇ ਵੱਸ ਨਾ ਪਾਈ, ਕਿਰਪਾ ਕਰਕੇ ਬਖਸ਼ ਲਈ। ਤੋ ਇਸ ਵਾਸਤੇ ਮਹਾਰਾਜ ਕਹਿੰਦੇ ਵੀ ਰੱਬ ਦੀ ਕੀਮਤ ਨਹੀਂ ਪਾਈ ਜਾ ਸਕਦੀ। ਕੀ ਕਹਿੰਦੇ ਬਾਤਾਂ ਮਾਰਦੇ ਹੋ, ਤੁਹਾਨੂੰ ਕੁਛ ਪਤਾ ਹੈ? ਕੁਛ ਨਹੀਂ ਕਿਹਾ ਜਾ ਸਕਦਾ। ਆਪਦੇ ਬਾਰੇ ਨਹੀਂ ਪਤਾ, ਰੱਬ ਬਾਰੇ ਤੁਸੀਂ ਗੱਲਾਂ ਮਾਰਦੇ ਹੋ। ਰੱਬ ਬਾਰੇ ਕੌਣ ਕਹਿ ਸਕਦਾ ਦੱਸੋ? ਮਹਾਰਾਜ ਤੋਂ ਸਿਆਣੇ ਅਸੀਂ ਜੰਮ। ਤੋ ਗੁਰੂ ਸਾਹਿਬ ਨੇ ਜੋ ਕਿਹਾ ਉਹਨੂੰ ਹੱਥ ਜੋੜ ਕੇ ਮੰਨ ਲਓ। ਗੁਰ ਪ੍ਰਸਾਦੀ ਸਾਲਾਹੀਐ, ਗੁਰਾਂ ਦੀ ਕਿਰਪਾ ਦੁਆਰਾ ਵਾਹਿਗੁਰਾਂ ਦੀ ਸਿਫਤ ਸਲਾਹ ਕਰੀਏ ਭਾਈ। ਸਾਡਾ ਇਹੀ ਫਰਜ਼ ਹੈ। ਬਾਤਾਂ ਮਾਰਨੀਆਂ, ਤਰਕ ਕਰਨੀਆਂ ਸਾਡਾ ਫਰਜ਼ ਨਹੀਂ ਹੈ। ਹਰ ਭਗਤੀ ਰਾਪੈ, ਹਰ ਪਰਮੇਸ਼ਰ ਦੀ ਭਗਤੀ ਦੇ ਪ੍ਰੇਮ ਵਿੱਚ ਹਰ ਵਕਤ ਰੰਗੇ ਰਹੀਏ। ਸਭ ਮਨ ਤਨ ਹਰਿਆ ਹੋਇਆ, ਜੋ ਗੁਰਮੁਖ ਜਨ ਭਗਤੀ ਕਰਦੇ ਉਹਨਾਂ ਦਾ ਮਨ ਅਤੇ ਤਨ ਸ਼ੁਭ ਗੁਣਾਂ ਨਾਲ ਪ੍ਰੇਮ ਕਰਕੇ ਪ੍ਰਫੁੱਲਤ ਹੋਇਆ ਹੈ। ਅਹੰਕਾਰ ਗਵਾਪੈ, ਉਹ ਹੰਕਾਰ ਨੂੰ ਗਵਾਜੂ ਲੈਂਦੇ ਹਨ। ਸਭ ਕਿਛ ਹਰ ਕਾ ਖੇਲ ਹੈ। ਹੰਕਾਰੀ ਬੰਦਾ ਸੁੱਕਿਆ ਸੜਿਆ ਹੋਊਗਾ ਤੇ ਚਿਹਰੇ ਤੇ 12 ਹੀ ਵਜੇ ਰਹਿਣਗੇ। ਜਿਹੜੇ ਗੁਰਮੁਖ ਨੇ, ਜਿਨ੍ਹਾਂ ਦਾ ਹੰਕਾਰ ਖਤਮ ਹੋ ਗਿਆ, ਨਿਮਰਤਾ ਵਾਲੇ, ਉਹਨਾਂ ਦਾ ਚਿਹਰਾ ਖਿੜਿਆ ਹੁੰਦਾ, ਸ਼ੁਭ ਗੁਣਾਂ ਨਾਲ ਹਰਿਆ ਭਰਿਆ ਹੋ ਜਾਂਦਾ। ਕਿਸੇ ਵਿਰਲੇ ਗੁਰਮੁਖ ਨੂੰ ਹੀ ਮਹਾਰਾਜ ਕਹਿੰਦੇ ਹਨ ਗੁਰਮੁਖ ਕਿਸੈ ਬੁਝਾਈ। ਇਹ ਗੱਲ ਗੁਰਾਂ ਨੇ ਕਿਸੇ ਵਿਰਲੇ ਗੁਰਮੁਖ ਨੂੰ ਸਮਝਾਈ ਹੈ ਕਿ ਸਭ ਕੁਝ ਵਾਹਿਗੁਰੂ ਦਾ ਖੇਡ ਹੈ। ਵਾਹ ਵਾਹ ਸੱਚੇ ਪਾਤਸ਼ਾਹ। ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਹੁਕਮ ਕਰਦੇ ਨੇ ਕਿ ਪੰਕਤੀ ਪੜ੍ਹੋ ਭਾਈ। ਉਹਨਾਂ ਦੇ ਹੁਕਮ ਮੁਤਾਬਕ ਪਾਠੀ ਸਿੰਘ ਨੇ ਪੜ੍ਹੀ ਹੈ। ਇਹ ਸੱਚੇ ਪਾਤਸ਼ਾਹ ਤੂੰ ਅਚਰਜ ਅਤੇ ਵਿਸਮਾਦ ਰੂਪ ਹੈ। ਤੂੰ ਸੱਚੀ ਨਾਈ, ਔਰ ਤੂੰ ਹੀ ਸੱਚੀ ਮਹਿਮਾ ਵਾਲਾ ਹੈ। ਇਸ ਲਈ ਸੱਚੇ ਦੀਆਂ ਵਡਿਆਈਆਂ ਕਰੀਏ, ਸੱਚੇ ਦਾ ਨਾਮ ਜਪੀਏ। ਸਾਹਿਬਾਂ ਦੀ ਕਿਰਪਾ ਹੋਵੇ ਜੀ। ਭੁੱਲਾਂ ਚੁੱਕਾ ਖਿਮਾ ਕਰਨੀਆਂ, ਅੱਗੇ ਤੋਂ ਸਮਤ ਬਖਸ਼ਣੀ। ਸਭ ਕਿਛ ਹਰ ਕਾ ਖੇਲ ਹੈ, ਗੁਰਮੁਖ ਕਿਸ ਬੁਝਾਈ। ਵਾਹ ਵਾਹ
सच्चे पातशाह तू सच्ची नाई। वाहिगुरु जी का खालसा वाहिगुरु जी की फतेह।